एक पासे बिक्रमी कैलेंडर ते दूजे पासे नानकशाही कैलेंडर ਤਾਂ ਹੁਣ ਇਸੇ ਕਾਰਨ ਕਰਕੇ ਇੱਕੋ ਸਾਲ ਦੇ ਵਿੱਚ ਦੋ ਵਾਰ ਦਿਹਾੜਾ ਮਨਾਇਆ ਜਾ ਰਿਹਾ ਹੈ ਪ੍ਰਕਾਸ਼ ਪੁਰਬ ਗੁਰੂ ਗੋਬਿੰਦ ਸਿੰਘ ਜੀ ਦਾ। ਸਾਰਾ ਜਿਹੜਾ ਕਮਿਊਨੀਕੇਸ਼ਨ ਆ ਵਰਲਡ ਓਵਰ ਉਹ ਕਿਸ ਚੀਜ਼ ਤੇ ਆਧਾਰਿਤ ਹੈ? ਉਹ ਬਿਕਰਮੀ ਕੈਲੰਡਰਾਂ ਤੇ ਨਹੀਂ ਹੈ, ਲੂਨਰ ਕੈਲੰਡਰਾਂ ਤੇ ਨਹੀਂ ਹੈ, ਉਹ ਸਾਰੇ ਦਾ ਸਾਰਾ ਜਿਹੜਾ ਆਧਾਰਿਤ ਹੈਗਾ ਸੂਰਜੀ ਕੈਲੰਡਰ ਦੇ ਉੱਤੇ ਹੈ। मैं पूछना चाहना जी हिंदुस्तान की सरकार वो बिक्रमी कैलेंडर से चलती है या सूरजी कैलेंडर से चलती? तो जो सरकार बिक्रमी कैलेंडर से चलेगी सरकार एग्जिस्ट नहीं कर सकती। ਨਾਨਕਸ਼ਾਹੀ ਕੈਲੰਡਰ ਜਦੋਂ ਇੰਟਰੋਡਿਊਸ ਹੋ ਗਿਆ ਫਿਰ ਇਹਦੇ ਤੋਂ ਦਿੱਕਤ ਕੀ ਸੀਗੀ ਤੇ ਜਦੋਂ ਤੁਸੀਂ ਇੰਟਰੋਡਿਊਸ ਕੀਤਾ ਕਿਹੜੀ ਸੋਚ ਦੇ ਨਾਲ ਇੰਟਰੋਡਿਊਸ ਕੀਤਾ? बड़े जोर पा के इसनूं इंट्रोड्यूस कराया सी। उस वेले भी इस दी मुखालफत हुई सी फ्रॉम वेस्टेड इंटरस्ट। ਜਿਹੜੀ ਕਰਤਾਰਪੁਰੀ ਬੀੜ ਹੈ, ਜਿਹੜੀ ਓਰੀਜਨਲ ਬੀੜ ਹੈ, ਹੱਥ ਲਿਖਤ ਜਿਹੜੀ ਬੀੜ ਜਿਹੜੀ ਓਰੀਜਨਲ ਮਹਾਰਾਜ ਨੇ ਪੰਜਵੇਂ ਪਾਤਸ਼ਾਹ ਨੇ ਲਿਖਵਾਈ ਸੀ, ਉਸ ਦੇ ਵਿੱਚ ਸਾਰੇ ਗੁਰੂ ਸਾਹਿਬਾਨ ਦੀ ਡੇਟ ਆਫ ਬਰਥ ਤੇ ਡੇਟ ਆਫ ਡਿਮਾਈਜ਼ ਲਿਖੀ ਹੋਈ। ਪਰ ਬਾਵਜੂਦ ਇਸ ਗੱਲ ਦੇ ਜਿਹੜੇ ਲੋਕ ਹਿੰਦੂਇਜ਼ਡ ਮਾਈਂਡ ਦੇ ਸਿੱਖਾਂ ਦੇ ਵਿੱਚ ਹੈਗੇ ਆ ਨਾ, ਸਮਝੇ ਕਿ ਨਹੀਂ ਮਸੰਦ ਕਾਈਂਡ ਆਫ ਪੀਪਲ, ਉਹ ਇਸ ਨੂੰ ਕਦੇ ਐਕੂਰੇਸੀ 'ਚ ਜਾਣ ਨਹੀਂ ਦਿੰਦੇ। हिंदुस्तान की जी फंक्शनिंग किमें चल रही है मैनू तुसी दसो? उत्थे कोई गवर्नमेंट ऑफ इंडिया जाती है पंडितां नूं पुछण? समझे कि उन्हां दा अपना एक बहुत बड़ा डिपार्टमेंट है सेंट्रल गवर्नमेंट का। ये मसंद किहड़े ने जिन्हां ने ये सारा बिक्रमी ते नानकशाही दा रेड़का पाया होया ते नानकशाही कैलेंडर लगन? तो सब तो वड्डा ते घातक दुश्मन महाराज ने किहनूं डिटरमिन कीता? मसंद नूं। मसंद कौन आ? सिੱਖੀ ਸਰੂਪ ਦੇ ਵਿੱਚ ਸਿੱਖੀ ਦੇ ਵਿਰੋਧੀ ਉਹ ਮਸੰਦ ਹੈ। ਭਗਵੰਤ ਮਾਨ ਕਹਿੰਦੇ ਕਿ ਗੁਰਦੁਆਰਿਆਂ ਦੇ ਵਿੱਚੋਂ ਗੋਲਕਾਂ ਚੱਕ ਲਓ ਤਾਂ ਐਜੀਪੀਸੀ ਦੇ ਬਹੁਤੇ ਮੈਂਬਰ ਜਿਹੜੇ ਨੇ ਮੈਂਬਰੀ ਛੱਡ ਜਾਣ। ਭਗਵੰਤ ਮਾਨ ਕੇਜਰੀਵਾਲ ਦਾ ਕਰਿੰਦਾ, ਸਮਝੇ ਕਿ ਨਹੀਂ? ਉਹਦੀ ਕੋਈ ਆਪਣੀ ਇੰਡੀਪੈਂਡੈਂਸ। ਸਤਿ ਸ਼੍ਰੀ ਅਕਾਲ ਦੋਸਤੋ, ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਪਿਛਲੇ ਕਈ ਦਿਨਾਂ ਤੋਂ ਸਾਡੇ ਵੀ ਜ਼ਿਹਨ ਦੇ ਵਿੱਚ ਬਹੁਤ ਸਾਰੇ ਸਵਾਲ ਸੀ, ਤੁਹਾਡੇ ਵੀ ਜ਼ਿਹਨ ਦੇ ਵਿੱਚ ਹੋਣਗੇ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਲਗਾਤਾਰਤਾ ਦੇ ਵਿੱਚ ਅਜਿਹੀਆਂ ਹੋ ਰਹੀਆਂ ਜਿਹੜੀਆਂ ਕਈ ਦਵੰਦ ਪੈਦਾ ਕਰ ਰਹੀਆਂ। ਜਿਸ ਤਰੀਕੇ ਨਾਲ ਬਿਕਰਮੀ ਅਤੇ ਨਾਨਕਸ਼ਾਹੀ ਕੈਲੰਡਰ ਨੂੰ ਲੈ ਕੇ ਚਰਚਾ ਛਿੜੀ ਹੋਈ ਹੈ, ਜਿਸ ਤਰੀਕੇ ਨਾਲ ਵੱਖ-ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਬਣਾਉਣ ਦੀ ਚਰਚਾ ਛਿੜੀ ਹੋਈ ਹੈ ਤੇ ਵੱਖ-ਵੱਖ ਬਿਆਨਬਾਜ਼ੀਆਂ ਜਿਹੜੀਆਂ ਨੇ ਲਗਾਤਾਰਤਾ ਦੇ ਵਿੱਚ ਸਾਹਮਣੇ ਆ ਰਹੀਆਂ, ਤਾਂ ਬਹੁਤ ਸਾਰੇ ਸਵਾਲ ਨੇ, ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਡੇ ਜ਼ਿਹਨ ਦੇ ਵਿੱਚ ਚੱਲ ਰਹੀਆਂ, ਉਹਨਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰਾਂਗੇ। ਸਾਡੇ ਨਾਲ ਉੱਗੇ ਇਤਿਹਾਸਕਾਰ ਤੇ ਰਾਈਟਰ ਗੁਰਦਰਸ਼ਨ ਸਿੰਘ ਢਿੱਲੋਂ ਨੇ, ਬੜੀਆਂ ਅਹਿਮ ਚੀਜ਼ਾਂ ਜਾਣਦੇ ਨੇ ਇਤਿਹਾਸ ਨਾਲ, ਖਾਸ ਕਰਕੇ ਬਹੁਤ ਸਾਰੀਆਂ ਚੀਜ਼ਾਂ ਜੁੜੀਆਂ ਹੋਈਆਂ ਨੇ ਨਾਨਕਸ਼ਾਹੀ ਕੈਲੰਡਰ ਦਾ ਤੇ ਬਿਕਰਮ ਜਿਹੜਾ ਕੈਲੰਡਰ ਹੈਗਾ ਬਿਕਰਮੀ, ਇਹਦਾ ਮਸਲਾ ਕਿੱਥੋਂ ਉਲਝਿਆ ਹੈਗਾ, ਆਖਰਕਾਰ ਕਿੱਥੇ ਅਸੀਂ ਫਸੇ ਹੈਗੇ। ਅੱਜ ਬਹੁਤ ਸਾਰੇ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰਨੀ ਹੈ। ਸਾਡੇ ਨਾਲ ਨੇ ਗੱਲਬਾਤ ਕਰਦੇ। ਸਰ, ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਤੁਹਾਡਾ। ਸਰ, ਇਹ ਬੜੀ ਅਹਿਮ ਚੀਜ਼ ਆ ਕਿ ਸਿੱਖ ਪੰਥ ਦੇ ਵਿੱਚ ਦਵੰਦ ਪਾਏ ਜਾ ਰਹੇ ਨੇ। ਮੈਨੂੰ ਲੱਗਦਾ ਬਹੁਤ ਸਾਰੀਆਂ ਚੀਜ਼ਾਂ ਲਗਾਤਾਰ ਚੱਲ ਰਹੀਆਂ ਨੇ, ਇੱਕ ਪਾਸੇ ਬਿਕਰਮੀ ਕੈਲੰਡਰ ਤੇ ਦੂਜੇ ਪਾਸੇ ਨਾਨਕਸ਼ਾਹੀ ਕੈਲੰਡਰ। ਤਾਂ ਹੁਣ ਇਸੇ ਕਾਰਨ ਕਰਕੇ ਇੱਕੋ ਸਾਲ ਦੇ ਵਿੱਚ ਦੋ ਵਾਰ ਦਿਹਾੜਾ ਮਨਾਇਆ ਜਾ ਰਿਹਾ ਪ੍ਰਕਾਸ਼ ਪੁਰਬ ਗੁਰੂ ਗੋਬਿੰਦ ਸਿੰਘ ਜੀ ਦਾ, ਤੇ ਦੂਸਰੇ ਅਗਲੇ ਸਾਲ ਦੇ ਵਿੱਚ ਕੁਝ ਵੀ ਨਹੀਂ ਹੋਣਾ। ਇਹ ਕਿੱਥੇ ਫਸੇ ਹੋਏ ਆ? ਕਿਵੇਂ ਇਹ ਕਹਾਣੀ ਸ਼ੁਰੂ ਹੋਈ? ਬਿਕਰਮੀ ਤੇ ਨਾਨਕਸ਼ਾਹੀ ਦਾ ਇਹ ਰੇੜਕਾ ਸ਼ੁਰੂ ਕਿੱਥੋਂ? ਦੇਖੋ, ਜਿਹੜਾ ਬਿਕਰਮੀ ਕੈਲੰਡਰ ਆ ਉਹ ਅੱਜ ਦਾ ਨਹੀਂ, ਉਹ ਬਹੁਤ ਪੁਰਾਤਨ ਆ। ਉਹ ਇਸ ਮੁਲਕ ਦੇ ਵਿੱਚ ਚੱਲਦਾ ਆ ਰਿਹਾ ਹੈ। ਇਸੇ ਤਰੀਕੇ ਨਾਲ ਦੂਸਰੇ ਮੁਲਕਾਂ ਦੇ ਵਿੱਚ ਵੀ ਇਸ ਕਿਸਮ ਦੇ ਕੈਲੰਡਰ ਚੱਲਦੇ ਆ, ਜਿਹੜੇ ਕਿਸ ਚੀਜ਼ 'ਤੇ? ਉਹ ਚੰਦਰਮਾ 'ਤੇ ਆਧਾਰਿਤ ਆ। ਲੂਨੈਟਿਕ ਉਹਨੂੰ ਕਹਿੰਦੇ ਆ, ਲਿਊਨਰ ਕਹਿੰਦੇ ਆ ਨਾ ਇਸ ਨੂੰ। ਲਿਊਨਰ ਉਹ ਹੁੰਦਾ ਜਿਹੜਾ ਬੰਦਾ ਮੈਂਟਲੀ ਸਟੇਬਲ ਨਾ ਹੋਵੇ, ਇੰਗਲਿਸ਼ ਦਾ ਲਫ਼ਜ਼ ਆ ਜਿਹੜਾ ਈਡੀਅਮ। ਉਹ ਇਸ ਕਰਕੇ ਚੰਦਰਮਾ ਨੂੰ ਇਹ ਕਿਹਾ ਜਾਂਦਾ ਵੀ ਉਹ ਲੂਨੈਟਿਕ ਆ, ਉਹ ਲਿਊਨਰ ਆ, ਉਹ ਲਿਊਨਰ ਕੈਲੰਡਰ 'ਤੇ ਆਧਾਰਿਤ ਆ ਕਿ ਉਹ ਬਦਲਦਾ ਰਹਿੰਦਾ, ਉਹ ਸਟੇਬਲ ਨਹੀਂ ਹੈਗਾ। ਤਾਂ ਇਹ ਪਹਿਲਾਂ ਲੋਕਾਂ ਨੂੰ ਇਹੀ ਖਿਆਲ ਸੀ ਵੀ ਸਾਰੀ ਦੁਨੀਆ ਜਿਹੜੀ ਹੈਗੀ ਆ ਉਹ ਚੰਦਰਮਾ 'ਤੇ ਆਧਾਰਿਤ ਹੈਗੀ ਆ। ਤਾਂ ਉਹਨਾਂ ਨੇ ਚੰਦਰਮਾ ਦੇ ਕੈਲੰਡਰ ਬਣਾ ਲਏ। ਚੰਦਰਮਾ ਦੇ ਵਿੱਚ ਟਾਈਮ ਦੀ ਬਹੁਤ ਜ਼ਿਆਦਾ ਵੇਰੀਏਸ਼ਨ ਅਤੇ ਚੇਂਜਸ ਆਉਂਦੀਆਂ ਹੈਗੀਆਂ। ਤੋ ਉਹ ਚੱਲਦੇ ਸੀ ਕੈਲੰਡਰ, ਪਰ ਉਹਨਾਂ 'ਚ ਸਟੇਬਿਲਿਟੀ ਨਹੀਂ ਸੀ, ਉਹਨਾਂ 'ਚ ਬਹੁਤ ਜ਼ਿਆਦਾ ਤਬਦੀਲੀਆਂ ਆਉਂਦੀਆਂ ਸੀ। ਲੋਕਾਂ ਨੂੰ ਆਪਣੇ ਜਨਮ ਦਿਨ ਦੇ ਲਈ,
ਆਪਣੇ ਕਿਸੇ ਹੋਰ ਬਜ਼ੁਰਗਾਂ ਦੇ ਜਾਂ ਪੀਰਾਂ ਪੈਗੰਬਰਾਂ ਦੇ ਗੁਰੂਆਂ ਦੇ ਜਨਮ ਦਿਨਾਂ ਲਈ ਜੰਤਰੀਆਂ ਦੇ ਕੋਲ ਪੰਡਤਾਂ ਦੇ ਕੋਲ ਜਾਣਾ ਪੈਂਦਾ ਸੀ। ਉਹ ਆਪਣੀਆਂ ਤਿਥੀਆਂ ਮਲੂ ਕੇ ਦੱਸਦੇ ਸੀ ਵੀ ਫਲਾਨਾ ਹੈਗਾ, ਉਹ ਬਦਲਦੀਆਂ ਰਹਿੰਦੀਆਂ ਸੀ। ਲੇਕਿਨ ਦੁਨੀਆ ਨੇ ਫਿਰ ਸਲੋਲੀ ਐਂਡ ਗ੍ਰੈਜੂਅਲੀ ਵਰਲਡ ਓਵਰ ਹੀ ਉਹਨਾਂ ਨੇ ਕਿਹਾ ਵੀ ਇੱਕ ਸਾਇੰਟੀਫਿਕ ਕੈਲੰਡਰ ਚਾਹੀਦਾ, ਸੂਰਜ 'ਤੇ ਆਧਾਰਿਤ ਹੋਵੇ। ਜਿਹੜਾ ਸੂਰਜ ਇੱਕ ਸਟੇਬਲ ਹੈ, ਉਹਦੇ ਵਿੱਚ ਬਹੁਤ ਘੱਟ, ਬਹੁਤ ਹੀ ਮਿਨੀਮਮ ਤਬਦੀਲੀ ਆਉਂਦੀ ਹੈ ਟਾਈਮ ਦੇ ਆਧਾਰ ਦੇ ਉੱਤੇ। ਤਾਂ ਉਹ ਇੱਕ ਸਟੇਬਲ ਕੈਲੰਡਰ ਹੈਗਾ ਜਿਸ ਦੇ ਵਿੱਚ, ਔਰ ਦੂਸਰੀਆਂ ਉਹਨਾਂ ਨੇ ਡੇਟਾਂ ਵੀ ਫਿਕਸ ਕਰ ਲਈਆਂ ਵੀ ਫਲਾਨੀ, ਜਿਸ ਤਰ੍ਹਾਂ ਹੁਣ ਮੈਂ ਤੁਹਾਨੂੰ ਦੱਸਿਆ ਵੀ ਰਸ਼ੀਅਨ ਰੈਵੋਲੂਸ਼ਨ ਦੀ ਡੇਟ ਉਹਨਾਂ ਨੇ ਫਿਕਸ ਕਰ ਲਈ, ਫਰੈਂਚ ਰੈਵੋਲੂਸ਼ਨ ਦੀ ਡੇਟ ਉਹਨਾਂ ਨੇ ਫਿਕਸ ਕਰ ਲਈ, ਕ੍ਰਾਈਸਟ ਦੀ ਜਿਹੜੀ ਕਰੂਸੀਫਿਕਸ਼ਨ ਆ ਉਸ ਦੀ ਉਹਨਾਂ ਨੇ ਡੇਟ ਫਿਕਸ ਕਰ ਲਈ। ਉਹਦੇ 'ਤੇ ਕੋਈ ਉਹਨਾਂ ਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਲੈਣੀ। ਲਓ ਜੀ 25 ਦਸੰਬਰ ਦੇ ਵਿੱਚ ਕ੍ਰਿਸਮਸ ਹੋਏਗੀ ਸਾਡੀ, ਠੀਕ ਹੈ ਨਹੀਂ ਜੀ, ਉਹ ਡੇਟ ਫਿਕਸ ਹੋ ਗਈ। ਹੁਣ ਗੱਲ ਇਹ ਹੈ ਸਲੋਲੀ ਐਂਡ ਗ੍ਰੈਜੂਅਲੀ ਜਿਹੜੀ ਦੁਨੀਆ ਹੈ, ਕਿਉਂਕਿ ਹੁਣ ਦੁਨੀਆ ਇੱਕ ਬਹੁਤ ਕਲੋਜ਼ ਨੈਟਵਰਕ ਵਿੱਚ ਫਿਕਸ ਹੋ ਚੁੱਕੀ ਹੈ। ਜਹਾਜ਼ਾਂ ਦੀਆਂ ਫਲਾਈਟਸ ਜਾਣੀਆਂ ਇੱਕ ਦੂਜੀ ਜਗ੍ਹਾ ਤੋਂ ਇੱਕ ਦੂਜੀ ਜਗ੍ਹਾ ਤੁਸੀਂ ਜਾਣਾ, ਵਪਾਰ ਆ, ਟੈਲੀਫੋਨ ਹੋਣੇ, ਤਾਂ ਉਹ ਸਾਰੇ ਦੇ ਸਾਰਾ ਜਿਹੜਾ ਕਮਿਊਨੀਕੇਸ਼ਨ ਆ ਵਰਲਡ ਓਵਰ, ਉਹ ਕਿਸ ਚੀਜ਼ 'ਤੇ ਆਧਾਰਿਤ ਆ? ਉਹ ਬਿਕਰਮੀ ਕੈਲੰਡਰਾਂ 'ਤੇ ਨਹੀਂ ਹੈ, ਲਿਊਨਰ ਕੈਲੰਡਰਾਂ 'ਤੇ ਨਹੀਂ ਹੈ, ਉਹ ਸਾਰੇ ਦਾ ਸਾਰਾ ਜਿਹੜਾ ਆਧਾਰਿਤ ਹੈਗਾ ਸੂਰਜੀ ਕੈਲੰਡਰ ਦੇ ਉੱਤੇ ਹੈਗਾ। ਸਮਝ ਗਏ ਸਟੇਬਿਲਿਟੀ ਉਹਦੇ 'ਚ, ਕਿਉਂਕਿ ਇਹ ਤਾਂ ਸਾਰੀ ਦੁਨੀਆ 'ਚ ਕਿਓਸ ਹੋ ਜਾਏਗਾ। ਇਹ ਬਿਕਰਮੀ ਕੈਲੰਡਰ ਉਸ ਵੇਲੇ ਦਾ ਕੈਲੰਡਰ ਜਦੋਂ ਲੋਕਾਂ ਦੇ ਵਿੱਚ ਕੋਈ ਕਮਿਊਨੀਕੇਸ਼ਨ ਹੁੰਦਾ ਹੀ ਨਹੀਂ ਸੀ। ਬੈਠੇ ਹੋ ਤੁਸੀਂ, ਪੁੱਛੀ ਜਾਓ, ਕਰੀ ਜਾਓ, ਟਾਈਮ ਨਹੀਂ, ਤੁਹਾਡੀ ਕੋਈ ਟਾਈਮ ਦਾ ਤੁਹਾਨੂੰ ਪਤਾ ਹੀ ਕੁਛ ਨਹੀਂ ਹੈਗਾ। ਤੋ ਸਾਰੀ ਹੁਣ ਹਿੰਦੁਸਤਾਨ ਦੀ ਜਿਹੜੀ ਬਿਕਰਮੀ ਕੈਲੰਡਰ ਹੈ, ਹਿੰਦੂ ਕੈਲੰਡਰ ਇਹਨੂੰ ਮੰਨਿਆ ਜਾਂਦਾ। ਤਾਂ ਹੁਣ ਅੱਜ ਦੀ ਮੈਂ ਪੁੱਛਣਾ ਚਾਹੁੰਦਾ, ਜਿਹੜੀ ਹਿੰਦੁਸਤਾਨ ਦੀ ਸਰਕਾਰ ਉਹ ਬਿਕਰਮੀ ਕੈਲੰਡਰ 'ਤੇ ਚੱਲਦੀ ਹੈ ਜਾਂ ਸੂਰਜੀ ਕੈਲੰਡਰ 'ਤੇ ਚੱਲਦੀ ਹੈ? ਤਾਂ ਜੇ ਸਰਕਾਰ ਬਿਕਰਮੀ ਕੈਲੰਡਰ 'ਤੇ ਚੱਲੇਗੀ, ਸਰਕਾਰ ਐਗਜ਼ਿਸਟ ਨਹੀਂ ਕਰ ਸਕਦੀ, ਕੋਲੈਪਸ ਹੋ ਜਾਏਗਾ ਸਾਰਾ। ਬਹੁਤ ਸਾਰੀਆਂ ਤਿਥੀਆਂ ਜਿਹੜੀਆਂ ਨੇ, ਤਰੀਕਾਂ ਜਿਹੜੀਆਂ ਨੇ ਬਦਲ ਜਾਣਗੀਆਂ, ਤਾਂ ਉਸ ਹਿਸਾਬ ਨਾਲ ਕੋਈ ਫਿਕਸ ਡੇਟ ਹੀ ਨਹੀਂ ਰਹੇਗੀ। ਕੋਈ ਫਿਕਸ ਆਜ਼ਾਦੀ ਕਦੋਂ ਸਾਨੂੰ ਮਿਲੀ ਸੀ, ਸਾਡਾ ਗਣਤੰਤਰ ਦਿਹਾੜਾ ਕਦੋਂ ਮਨਾਇਆ? ਹਾਂ, ਉਹ ਸਿਆਣਪ ਕੀਤੀ ਸਾਡੇ ਜਿਹੜੇ ਵੱਡੇ ਲੀਡਰ ਸੀ ਉਸ ਵੇਲੇ, ਉਹਨਾਂ ਨੇ ਡੇਟ ਫਿਕਸ ਕਰਤੀ ਵੀ ਇਹ ਮੁਲਕ ਦੀ ਆਜ਼ਾਦੀ 1947 ਦੇ ਵਿੱਚ ਹੋਈ, ਠੀਕ ਹੈ ਜੀ। 1947 15 ਅਗਸਤ ਉਹਨੇ ਡੇਟ ਫਿਕਸ ਕਰ, ਰੌਲਾ ਹੀ ਨਹੀਂ ਕੋਈ। ਤਾਂ ਇਹਦੇ ਉਲਟ ਕੀ ਕੀਤਾ ਪਾਕਿਸਤਾਨ ਨੇ ਕਿ ਉਹਨਾਂ ਨੇ ਕਿਹਾ ਵੀ ਸਾਡੀ ਆਜ਼ਾਦੀ 14 ਅਗਸਤ 1947 ਨੂੰ ਹੋਈ। ਆਜ਼ਾਦੀ ਤਾਂ ਸਬ ਕੰਟੀਨੈਂਟ ਦੀ ਇੱਕੋ ਦਿਨ ਹੋਈ ਆ, ਇੱਕੋ ਟਾਈਮ 'ਤੇ ਹੋਈ ਆ, ਇੱਕੋ ਮੂਵਮੈਂਟ 'ਚ ਹੋਈ ਆ, ਇੱਕੋ ਬੰਦੇ ਨੇ ਕੀਤੀ ਆ। ਤਾਂ ਉਹਦੇ ਵਿੱਚ ਕੀ ਹੈ, ਉਹਨਾਂ ਨੇ ਕਿਹਾ ਵੀ ਅਸੀਂ ਇੰਡੀਆ ਵਾਲੀ ਡੇਟ ਨਹੀਂ ਆ, ਇੰਡੀਆ ਨੇ ਕਿਹਾ ਪਾਕਿਸਤਾਨ ਨੇ ਡੇਟ ਨਹੀਂ ਅਸੀਂ ਰੱਖਣੀ, ਸਮਝੇ ਕਿ ਨਹੀਂ। ਤੋ ਮੇਰਾ ਮਤਲਬ ਕਹਿਣ ਦਾ ਇਹ ਤਾਂ ਤੁਹਾਡੀ ਆਪਣੀ ਡਿਸੀਜਨ ਹੈ ਔਰ ਵਾਈਜ਼ ਡਿਸੀਜਨ ਆ। ਤੁਸੀਂ ਕਿਹਾ ਜੀ ਸਾਡਾ ਜਿਹੜਾ 26 ਜਨਵਰੀ 1950 ਨੂੰ ਸਾਡਾ ਕਨਸਟੀਟਿਊਸ਼ਨ ਵਿਧਾਨ ਬਣਿਆ, ਅਸੀਂ ਲਾਗੂ ਕਰਤਾ। ਤਾਂ ਉਹਦੇ ਵਿੱਚ ਇਹ ਹੁਣ ਮਤਲਬ ਕੋਈ ਬੰਦਾ ਕਹੇ ਵੀ ਜੀ ਇਹ ਤਾਂ 27 ਨੂੰ ਹੋਇਆ, ਇਹ 24 ਨੂੰ ਹੋਇਆ, ਕੋਈ ਰੌਲਾ ਹੀ ਨਹੀਂ, ਉਹ ਫਿਕਸਡ ਹੈ ਡੇਟ। ਤੋ ਇਸੇ ਤਰੀਕੇ ਦੇ ਨਾਲ ਨਾਨਕ ਸ਼ਾਹੀ ਕੈਲੰਡਰ ਦੇ ਵਿੱਚ ਉਹਨਾਂ ਨੇ ਡੇਟਾਂ ਫਿਕਸ ਕਰਤੀ, ਸਮਝ ਗਏ ਨਹੀਂ। ਤੋ ਇਸੇ ਤਰੀਕੇ ਗੁਰੂ ਨਾਨਕ ਮਹਾਰਾਜ ਦੇ ਜਨਮ ਦਿਨ ਦੀ ਵੀ ਡੇਟ ਹੈ, ਉਹ ਐਵੇਂ ਮਤਲਬ ਉਸ ਦੇ ਉੱਤੇ ਅਨਨੈਸੈਸਰੀ ਕੰਟਰੋਵਰਸੀ। ਤੁਸੀਂ ਜਨਮ ਦਿਨ ਕਿਸੇ ਦਾ ਮਨਾਉਣਾ, ਆਪਣੇ ਗੁਰੂ ਪੀਰਾਂ ਦਾ ਇੱਕ ਦਿਨ ਤੁਸੀਂ ਮੁਕਰਰ ਕਰ ਲਓ, ਕੋਈ ਜ਼ਰੂਰੀ ਤਾਂ ਨਹੀਂ ਵੀ ਉਹਦੇ ਤੁਸੀਂ ਲੱਭਣਾ ਵੀ ਆਹ ਫਲਾਣੇ ਦਿਨ ਇੰਨੇ ਟਾਈਮ 'ਤੇ ਫਲਾਣਾ ਬੰਦਾ ਪੈਦਾ ਹੋਇਆ। ਇਹ ਬੜੀ ਅਹਿਮ ਚੀਜ਼ ਹੈ ਸਰ। ਜੇ ਜਿਸ ਤਰੀਕੇ ਨਾਲ ਅਸੀਂ ਆਪਣੀ ਵੀ ਗੱਲ ਕਰੀਏ, ਹੁਣ ਤੁਹਾਡੇ ਵੀ ਜਨਮ ਤਿਥੀ ਹੋਣੀ ਆ, ਮੇਰੀ ਵੀ ਜਨਮ ਤਿਥੀ ਆ, ਬਹੁਤ ਸਾਰੇ ਦਰਸ਼ਕ ਇਹ ਪ੍ਰੋਗਰਾਮ ਦੇਖ ਰਹੇ ਹੋਣੇ ਆ, ਉਹਨਾਂ ਦੀਆਂ ਵੀ ਜਨਮ ਤਿਥੀਆਂ ਨੇ, ਉਹ ਇੱਕ ਦਿਨ ਡਿਸਾਈਡ ਹੋਇਆ, ਉਹ ਸਾਰੇ ਉਸੇ ਦਿਨ ਆਪਣਾ ਦਿਹਾੜਾ ਮਨਾਉਂਦੇ। ਇਹ ਥੋੜੀ ਹੈਗਾ ਕਿ ਇਸ ਵਾਰ ਉਹਨਾਂ ਨੇ 1 ਤਰੀਕ ਨੂੰ ਮਨਾ ਲਿਆ, ਅਗਲੀ ਵਾਰ ਨੂੰ 5 ਤਰੀਕ ਨੂੰ ਮਨਾਉਣਾ। ਤੇ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਇੱਕੋ ਸਾਲ ਦੇ ਵਿੱਚ 2 ਵਾਰੀ ਆ। ਉਹ ਇਸੇ ਕਰਕੇ ਹੈ ਨਾ, ਕਿਉਂਕਿ ਤੁਸੀਂ ਡਿਪੈਂਡੈਂਟ ਹੋ ਬਿਕਰਮੀ ਕੈਲੰਡਰ ਦੇ ਉੱਤੇ। ਬਿਕਰਮੀ ਕੈਲੰਡਰ ਆ ਜਿਹੜਾ ਉਹ ਸਟੇਬਲ ਕੈਲੰਡਰ ਨਹੀਂ ਹੈਗਾ, ਉਹ ਲੂਨੈਟਿਕ, ਉਹ ਚੰਦਰਮਾ 'ਤੇ ਆਧਾਰਿਤ ਆ। ਚੰਦਰਮਾ ਬਦਲਦਾ ਰਹਿੰਦਾ, ਉਹਦੇ 'ਚ ਬਹੁਤ ਵੇਰੀਏਸ਼ਨ ਆਉਂਦੀ ਆ। ਤਾਂ ਤੁਸੀਂ ਹਮੇਸ਼ਾ ਜਾਓ ਜੀ ਪੰਡਤਾਂ ਤੋਂ, ਕੁਰਾਲੀ ਦੇ ਪੰਡਤ ਆ ਜਿਹੜੇ ਜੰਤਰੀਆਂ ਬਣਾਉਂਦੇ ਆ, ਕੁਰਾਲੀ ਆਪਣੇ ਨਾਲ। ਤੋ ਇਸੇ ਤਰੀਕੇ ਨਾਲ ਜਦੋਂ ਇਹ ਕੈਲੰਡਰ ਬਣਾਇਆ ਸੀ, ਉੱਥੇ ਕੰਟਰੋਵਰਸੀ ਬਹੁਤ ਸ਼ੁਰੂ ਹੋ ਗਈ ਸ਼ੁਰੂ ਤੋਂ। ਤੋ ਹੁਣ ਵੀ ਜਿਹੜੇ ਵੈਸਟਡ ਇੰਟਰਸਟ ਆ, ਜਿਹੜੇ ਇਹ ਸਮਝਦੇ ਆ ਵੀ ਜਿਹੜਾ ਨਾਨਕ ਸ਼ਾਹੀ ਕੈਲੰਡਰ ਹੈ ਇਹ ਇੱਕ ਮਾਈਲਸਟੋਨ ਆ ਆਫ ਦੀ ਸਿੱਖ ਸੈਪਰੇਟ ਰਿਲੀਜੀਅਸ ਆਇਡੈਂਟੀਟੀ ਦਾ, ਸਮਝੇ ਕਿ ਨਹੀਂ। ਤਾਂ ਅਸੀਂ ਇਸ ਨੂੰ ਐਕਸੈਪਟ ਨਹੀਂ ਕਰਨਾ। RSS ਵਾਲੇ ਵੀ ਇਹਨਾਂ 'ਤੇ ਪ੍ਰੈਸ਼ਰ ਪਾਉਂਦੇ ਆ
ਵੀ ਤੁਸੀਂ ਨਾਨਕ ਸ਼ਾਹੀ ਕੈਲੰਡਰ ਨਹੀਂ, ਤੁਸੀਂ ਆਪਣੇ ਆਪ ਨੂੰ ਬਿਕਰਮੀ ਕੈਲੰਡਰ ਤੇ। ਹੁਣ ਇਹੀ ਗੱਲ ਜੇ RSS ਵਾਲਿਆਂ ਨੂੰ ਪੁੱਛਣੀ ਹੋਵੇ ਵੀ ਤੁਸੀਂ ਦੇਸ਼ ਦੇ ਮਾਲਕ ਹੋ, ਮੈਜੋਰਟੀ ਹੋ ਤੁਸੀਂ ਇਸ ਮੁਲਕ ਦੇ ਵਿੱਚ, ਤੇ ਤੁਸੀਂ ਚੰਦਰਮਾ ਕੈਲੰਡਰ ਹਿੰਦੁਸਤਾਨ ਤੇ ਲਾਇਆ ਹੋਇਆ ਜਾਂ ਸੂਰਜੀ ਕੈਲੰਡਰ ਲਾਇਆ? ਸਮਝੇ ਕਿ ਨਹੀਂ? ਹਿੰਦੁਸਤਾਨ ਦੀ ਸਾਰੀ ਜਿਹੜੀ ਫੰਕਸ਼ਨਿੰਗ ਹੈਗੀ ਆ ਉਹ ਸੂਰਜੀ ਕੈਲੰਡਰ ਤੇ, ਦੁਨੀਆ ਦੀ ਸਾਰੀ ਜਿਹੜੀ ਫੰਕਸ਼ਨਿੰਗ ਆ ਉਹ ਸੂਰਜੀ ਕੈਲੰਡਰ ਦੇ ਉੱਤੇ ਆ। ਬਿਕਰਮੀ ਕੈਲੰਡਰ ਕਿਤੇ ਲਾਗੂ ਨਹੀਂ ਹੈ, ਸਮਝੇ ਕਿ ਨਹੀਂ? ਹਾਂ, ਮੰਦਿਰਾਂ ਦੇ ਵਿੱਚ ਮਤਲਬ ਇਸ ਜਗ੍ਹਾ ਦੇ ਉੱਤੇ ਤੁਸੀਂ ਲਾਗੂ ਕਰੀ ਜਾਓ, ਦੇਰ ਇਜ਼ ਨੋ ਓਬਜੈਕਸ਼ਨ ਟੂ ਦੈਟ। ਜੇ ਤੁਸੀਂ ਭੰਬਲ ਭੂਸੇ 'ਚ ਪੈਣਾ, ਪੰਜਾਬੀ 'ਚ ਜੇ ਮੈਂ ਕਹਾਂ ਕਨਫਿਊਜ਼ਨ 'ਚ ਪੈਣਾ, ਕਿ ਪਈ ਜਾਓ, ਨੋਬਡੀ ਵੁੱਡ ਸਟਾਪ ਯੂ ਫਰੋਮ ਦੈਟ। ਸਮਝੇ ਕਿ ਤੁਸੀਂ ਪੰਡਤਾਂ ਦੇ ਚੱਕਰਾਂ 'ਚ ਪੈਣਾ, ਕੁਰਾਲੀ ਜਾਣਾ, ਜੰਤਰੀਆਂ ਖਰੀਦਣੀਆਂ, ਜੰਤਰੀਆਂ ਤੇ ਦੇਖਣੀਆਂ ਕਿਹੜੀ ਤਿਥੀ ਕਿਸ ਦਿਨ ਸਾਡੀ ਸੰਗਰਾਂਦ ਆ। ਪਿੰਡਾਂ ਦੇ ਵਿੱਚ ਮੈਂ ਪਿੰਡਾਂ ਵਿੱਚ ਰਿਹਾ, ਉੱਥੇ ਪਿੰਡ 'ਚ ਜਾਂਦੇ ਨਹੀਂ, ਉਹ ਪੁੱਛਦੇ ਜੀ ਪੰਡਤ ਜੀ ਨੂੰ ਪੁੱਛੀਏ ਕਿ ਸੰਗਰਾਂਦ ਕਿੰਨੀ ਦਿਨ, ਸਮਝੇ ਕਿ ਨਹੀਂ? ਤੋ ਇਹ ਸਾਰੀ ਚੀਜ਼ ਇਸ ਕਰਕੇ ਆ ਕਿ ਉਸ ਵੇਲੇ ਲੋਕਾਂ ਨੂੰ ਇਸ ਗੱਲ ਦੀ ਸੂਝ-ਬੂਝ ਨਹੀਂ ਸੀ। ਬੜੀ ਅਹਿਮ ਚੀਜ਼, ਜਿਵੇਂ ਹੁਣ ਨਾਨਕਸ਼ਾਹੀ ਅਸੀਂ ਕੈਲੰਡਰ ਦਾ ਜ਼ਿਕਰ ਕਰੀਏ, ਬੜੀ ਰਿਸਰਚ ਤੋਂ ਬਾਅਦ, ਬੜੇ ਲੰਮੇ ਸਮੇਂ ਦੇ ਸੰਘਰਸ਼ ਤੋਂ ਬਾਅਦ 1992 ਦੇ ਵਿੱਚ ਇੰਟਰੋਡਿਊਸ ਕੀਤਾ ਗਿਆ, ਤੇ ਇੰਟਰੋਡਿਊਸ ਕਰਨ ਵਾਲਿਆਂ 'ਚ ਤੁਸੀਂ ਵੀ ਸ਼ਾਮਿਲ ਸੀਗੇ। ਇਹ ਨਾਨਕਸ਼ਾਹੀ ਕੈਲੰਡਰ ਜਦੋਂ ਇੰਟਰੋਡਿਊਸ ਹੋ ਗਿਆ, ਫਿਰ ਇਹਦੇ ਤੋਂ ਦਿੱਕਤ ਕੀ ਸੀਗੀ, ਤੇ ਜਦੋਂ ਤੁਸੀਂ ਇੰਟਰੋਡਿਊਸ ਕੀਤਾ ਕਿਹੜੀ ਸੋਚ ਦੇ ਨਾਲ ਇੰਟਰੋਡਿਊਸ ਕੀਤਾ? ਤੁਹਾਨੂੰ ਦੱਸਦਾ, ਉਸ ਵੇਲੇ ਦਿੱਕਤ ਇਹ ਸੀ, RSS ਨੇ ਬਹੁਤ ਪ੍ਰੈਸ਼ਰ ਪਾਇਆ, ਖਾਸ ਤੌਰ ਤੇ ਹਿੰਦੂ ਸਮਾਜ। ਜਿਹੜਾ ਹਿੰਦੂ ਸਮਾਜ ਆ ਉਹ ਕਿਸੇ ਬਹੁਤ ਸੂਝ-ਬੂਝ ਦਾ ਸਮਾਜ ਨਹੀਂ ਨਾ, ਸਿੱਖ ਸਮਾਜ, ਸਿੱਖ ਸੰਤ ਸਮਾਜ, ਜਿਹਨੂੰ ਸੰਤ ਸਮਾਜ ਕਹਿੰਦੇ। ਹੁਣ ਮੈਂ ਇਸ ਗੱਲ 'ਤੇ ਬਹੁਤ ਮੈਨੂੰ ਸੀਰੀਅਸ ਸਬਜੈਕਸ਼ਨ ਆ ਕਿ ਕਿਸੇ ਦੁਨੀਆ ਦੀ ਕਮਿਊਨਿਟੀ ਦੇ ਵਿੱਚ ਸੰਤ ਸਮਾਜ ਸਿੱਖਾਂ ਦਾ ਹੀ ਆ, ਹਿੰਦੂਆਂ ਦਾ ਸੰਤ ਸਮਾਜ ਹੈ ਕੋਈ? ਸਮਾਜ ਤਾਂ ਦੁਨੀਆ ਦਾ ਹੁੰਦਾ ਜਿਹਦੇ 'ਚ ਹਰ ਕਿਸਮ ਦੇ ਲੋਕ ਹੁੰਦੇ ਆ। ਅਸੀਂ ਸਿੱਖ ਸਮਾਜ ਕਹਿ ਸਕਦੇ ਹਾਂ, ਲੇਕਿਨ ਸੰਤ ਸਮਾਜ ਥੋੜ੍ਹਾ ਹੋ ਸਕਦਾ। ਸਿੱਖ ਸਮਾਜ ਹੋ ਸਕਦਾ, ਹਿੰਦੂ ਸਮਾਜ ਹੋ ਸਕਦਾ, ਮੁਸਲਿਮ ਸਮਾਜ ਹੋ ਸਕਦਾ, ਈਸਾਈ ਸਮਾਜ ਹੋ ਸਕਦਾ, ਲੇਕਿਨ ਈਸਾਈਆਂ ਦੇ ਮਤਲਬ ਪ੍ਰੀਸਟਾਂ ਦਾ ਸਮਾਜ ਥੋੜ੍ਹਾ ਹੋਏਗਾ। ਸਮਾਜ ਤਾਂ ਦੁਨੀਆ ਦਾ ਹੋਏਗਾ। ਤੋ ਇਸ ਤਰ੍ਹਾਂ ਦਾ ਇੱਕ ਉਈਓ ਮਨ ਘੜਤ ਕਿਸਮ ਦਾ ਸੰਤ ਸਮਾਜ ਖੜਾ ਕਰ ਲਿਆ। ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਬਾਦਲ ਸਾਹਿਬ ਤੇ ਪ੍ਰੈਸ਼ਰ ਪਾਇਆ ਵੀ ਇਹਨੂੰ ਬਦਲੋ, ਕਿਉਂਕਿ ਉਹਨਾਂ ਦਾ ਆਪਣਾ ਵੈਸਟਡ ਇੰਟਰਸਟ। ਜੇ ਸਾਧ ਦੇ ਕੋਲ ਜਾਊਗਾ, ਜੀ ਮਹਾਰਾਜ ਸਾਨੂੰ ਦੱਸਿਓ ਅਸੀਂ ਸੰਗਰਾਂਦ ਕਿੱਦਣ ਆ, ਐਵੇਂ ਹੀ ਮਨਾਈ ਵੀ ਸੰਗਰਾਂਦ ਦੀ ਕੀ ਇੰਪੋਰਟੈਂਸ? ਕੋਈ ਇੰਪੋਰਟੈਂਸ ਨਹੀਂ ਸੰਗਰਾਂਦ ਦੀ, ਸਮਝੇ ਕਿ ਨਹੀਂ? ਹੁਣ ਇਸੇ ਤਰੀਕੇ ਲੋਹੜੀ ਦੀ ਇੱਕ ਡੇਟ ਫਿਕਸ ਹੋਈ ਵੀ ਹੈ, 13 ਅਪ੍ਰੈਲ ਆ, ਉੱਥੇ ਨਾ 13 ਜਨਵਰੀ ਹੈ। ਤੋ ਇਸੇ ਤਰੀਕੇ ਦੇ ਨਾਲ ਹੁਣ ਤੁਸੀਂ ਜਾ ਕੇ ਪੁੱਛਦੇ ਰਹਿੰਦੇ ਹੋ ਪੰਡਤਾਂ ਤੋਂ, ਭਾਈ ਸਾਨੂੰ ਦੱਸਿਓ ਜੀ ਫਲਾਨਾ ਦਿਨ ਕਦੋਂ, ਫਲਾਨਾ ਜਿਹੜੀ ਤਿਥੀ ਕਦੋਂ ਆ, ਫਲਾਨਾ ਤਿਉਹਾਰ ਕਦੋਂ ਆ, ਦੁਸਹਿਰਾ ਕਦੋਂ ਆਊਗਾ, ਦੀਵਾਲੀ ਬਦਲਦੀ ਰਹਿੰਦੀ ਹੈ ਕਿ ਨਹੀਂ? ਜਿਹੜੇ ਪੰਡਤ ਬਦਲਦੇ ਰਹਿੰਦੇ ਆ, ਜੇ ਤੁਸੀਂ ਕਿਉਂ ਨਹੀਂ ਇੱਕ ਡੇਟ ਫਿਕਸ ਕਰਦੇ ਬਾਈ? ਇਸੇ ਤਰੀਕੇ ਨਾਲ ਹੁਣ ਜਿਵੇਂ ਵਿਸਾਖੀ ਹੈ, ਵਿਸਾਖੀ ਦੀ ਡੇਟ ਜੇ ਤੁਸੀਂ ਇਸੇ ਕੈਲੰਡਰ 'ਤੇ ਆਧਾਰਿਤ ਹੋਵੋਗੇ ਨਾ, ਬਿਕਰਮੀ ਕੈਲੰਡਰ 'ਤੇ, ਉਹ ਕੁਛ ਸਾਲਾਂ ਮਗਰੋਂ ਬਹੁਤ ਅੱਗੇ ਚਲੀ ਜਾਊਗੀ। ਤੋ ਜੇ ਉਸ ਦੀ ਡੇਟ ਫਿਕਸ ਕਰ ਦਿੱਤੀ ਜਾਵੇ ਵੀ 13 ਅਪ੍ਰੈਲ ਹੈਗੀ ਆ ਭਾਈ ਵਿਸਾਖੀ, ਉੱਥੇ ਅਸੀਂ ਮਨਾਉਣੀ, ਸਮਝੇ ਕਿ ਨਹੀਂ? ਉਹ ਫਿਰ ਉਹ ਬਿਹਤਰ ਹੋਏਗਾ ਕਿ ਤੁਸੀਂ ਜਾ ਕੇ ਪੰਡਤਾਂ ਤੋਂ ਪੁੱਛੋ ਵੀ ਕਦੋਂ ਵਿਸਾਖੀ ਹੋਏਗੀ। ਬੜੀ ਅਹਿਮ ਚੀਜ਼, ਬਿਲਕੁਲ। ਆ ਜਿਹੜਾ ਤੁਹਾਡਾ ਮੈਂ ਜ਼ਿਕਰ ਕਰਨ ਲੱਗਾ ਸੀ 1992 ਦਾ ਆਪਾਂ ਜ਼ਿਕਰ ਕਰ ਲਈਏ, ਕਿਉਂਕਿ ਉਹ ਜਦੋਂ ਇੰਟਰੋਡਿਊਸ ਕੀਤਾ ਗਿਆ ਨਾਨਕਸ਼ਾਹੀ ਕੈਲੰਡਰ, ਉਹਨਾਂ ਦੇ ਵਿੱਚ ਤੁਸੀਂ ਵੀ ਸੀਗੇ। ਹਾਂ, ਮੈਂ ਪ੍ਰੈਜ਼ੀਡੈਂਟ ਸੀ ਉਸ ਵੇਲੇ ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਦਾ, ਔਰ ਅਸੀਂ ਬੜੇ ਜ਼ੋਰ ਪਾ ਕੇ ਇਸ ਨੂੰ ਇੰਟਰੋਡਿਊਸ ਕਰਾਇਆ ਸੀ। ਉਸ ਵੇਲੇ ਵੀ ਇਸ ਦੀ ਮੁਖਾਲਫਤ ਹੋਈ ਸੀ ਫਰੋਮ ਵੈਸਟਡ ਇੰਟਰਸਟ। ਜੋ ਤੁਸੀਂ ਕਿਸੇ ਬਹੁਤ ਵੱਡੀ ਟ੍ਰੈਡੀਸ਼ਨ ਨੂੰ, ਮੈਂ ਤੁਹਾਨੂੰ ਦੱਸਾਂ ਵੀ ਦਰਬਾਰ ਸਾਹਿਬ ਦੇ ਵਿੱਚ ਜਦੋਂ ਬਿਜਲੀ ਲੈ ਕੇ ਆਏ ਤਾਂ ਉੱਥੇ ਬੜਾ ਝਗੜਾ ਹੋ ਗਿਆ ਸਿੱਖਾਂ ਦੇ ਵਿੱਚ। ਕੁਝ ਸਿੱਖ ਕਹਿਣ ਲੱਗੇ ਬਿਜਲੀ ਨਹੀਂ ਲਾਉਣੀ, ਕਿਉਂਕਿ ਸਾਡੀ ਜਿਹੜੀ ਟ੍ਰੈਡੀਸ਼ਨ ਆ ਉਹ ਤਾਂ ਉਹਦੇ 'ਤੇ ਹੈ ਨਾ ਵੀ ਦੀਪ ਜਲਾ ਕੇ ਹੀ ਹੈ ਨਾ। ਤਾਂ ਉਹ ਕਹਿੰਦੇ ਵੀ ਉਹਦੀ ਕੁਛ ਜਿਹੜੇ ਸਾਇੰਟੀਫਿਕ ਜਿਹੜੇ ਐਡਵਾਂਸਡ ਥਿੰਕਿੰਗ ਦੇ ਬੰਦੇ ਸੀ, ਉਹ ਕਹਿਣ ਲੱਗੇ ਇਹਦੀ ਕੀ ਲੋੜ ਆ, ਹੁਣ ਪੋਲਿਊਸ਼ਨ ਕਰਦਾ ਦੀਵਾ, ਪੋਲਿਊਸ਼ਨ ਨਹੀਂ ਕਰਦਾ ਨਾ, ਧੂੰਆਂ ਹੋਏਗਾ ਦੀਵੇ ਦੇ ਵਿੱਚ, ਔਰ ਲਾਈਟ ਘੱਟ ਹੋਏਗੀ, ਔਰ ਉਹਦਾ ਖਰਚਾ ਵੱਧਦਾ ਹੋਏਗਾ। ਤਾਂ ਉਹ ਕਹਿਣ ਲੱਗੇ ਵੀ ਬਿਜਲੀ ਦੇ ਬਲਬ ਲਗਵਾਓ। ਤਾਂ ਉੱਥੇ ਵੀ ਰੌਲਾ ਪਿਆ ਸੀ। ਸੋ ਸਮਝੇ, ਜਦੋਂ ਵੀ ਕੋਈ ਤੁਸੀਂ ਪ੍ਰੋਗਰੈਸਿਵ ਸਟੈਪ ਲੈਂਦੇ ਹੋ ਤਾਂ ਜਿਹੜੇ ਟ੍ਰੈਡੀਸ਼ਨਲ ਲੋਕ ਆ ਉਸ ਨੂੰ ਆਬਜੈਕਟ ਕਰਦੇ ਆ। ਤੋ ਇਸੇ ਤਰੀਕੇ ਨਾਲ ਜਿਹੜਾ ਨਾਨਕਸ਼ਾਹੀ ਕੈਲੰਡਰ ਆ, ਇਹ ਪ੍ਰੋਗਰੈਸਿਵ, ਸਾਇੰਟੀਫਿਕ
ਤੇ ਬਿਲਕੁਲ ਐਕੂਰੇਟ ਕੈਲੰਡਰ ਬਣਾਇਆ ਸੀ, ਡੇਟਾਂ ਫਿਕਸ ਕੀਤੀਆਂ ਹੋਈਆਂ ਸੀ। ਹੁਣ ਤੁਸੀਂ ਉਸੇ ਭੰਬਲ ਭੁੱਸੇ 'ਚ ਪਏ ਹੋ ਨਾ ਕਿ 10ਵੇਂ ਪਾਤਸ਼ਾਹ ਦਾ ਜਿਹੜਾ ਪ੍ਰਕਾਸ਼ ਦਿਹਾੜਾ ਉਹ ਕਦੋਂ ਮਨਾਈਏ ਅਸੀਂ? ਇੱਕ ਸਾਲ 'ਚ ਤਾਂ 2 ਵਾਰੀ ਆ ਗਿਆ। ਉਹ ਕਿਉਂ ਆ ਗਿਆ? ਕਿਉਂਕਿ ਤੁਸੀਂ دیਵਾਨੇ ਹੋ ਇਹ ਜਿਹੜਾ ਇਹ ਬਿਕਰਮੀ ਕੈਲੰਡਰ ਦੇ। ਤੁਸੀਂ ਸਾਇੰਟੀਫਿਕ ਤੁਹਾਡਾ ਆਊਟਲੁੱਕ ਹੈ ਨਹੀਂ, ਸਮਝੇ ਕਿ ਨਹੀਂ? ਤਾਂ ਜੇ ਇੱਕ ਡੇਟ ਅਸੀਂ ਫਿਕਸ ਕਰ ਲਈਏ, ਇਸੇ ਤਰੀਕੇ ਨਾਲ ਗੁਰੂ ਨਾਨਕ ਮਹਾਰਾਜ ਦੀ ਡੇਟ ਅਸੀਂ ਪ੍ਰਕਾਸ਼ ਜਿਹੜਾ ਉਤਸਵ ਮਨਾਈਏ ਸਾਰੀਆਂ। ਔਰ ਮੈਂ ਤੁਹਾਨੂੰ ਬੜੀ ਇੰਟਰਸਟਿੰਗ ਗੱਲ ਦੱਸਦਾ, ਜਿਹੜੀ ਕਰਤਾਰਪੁਰੀ ਬੀੜ ਹੈ ਨਾ, ਜਿਹੜੀ ਓਰੀਜਨਲ ਬੀੜ ਹੈ, ਹੱਥ ਲਿਖਤ ਜਿਹੜੀ ਬੀੜ, ਜਿਹੜੀ ਓਰੀਜਨਲ ਮਹਾਰਾਜ ਨੇ 5ਵੇਂ ਪਾਤਸ਼ਾਹ ਨੇ ਲਿਖਵਾਈ ਸੀ, ਉਸ ਦੇ ਵਿੱਚ ਸਾਰੇ ਗੁਰੂ ਸਾਹਿਬਾਨ ਦੀ ਡੇਟ ਆਫ ਬਰਥ ਤੇ ਡੇਟ ਆਫ ਡਿਮਾਈਜ਼ ਲਿਖੀ ਹੋਈ ਹੈ। ਪਰ ਬਾਵਜੂਦ ਇਸ ਗੱਲ ਦੇ ਜਿਹੜੇ ਲੋਕ ਹਿੰਦੂਇਜ਼ਡ ਮਾਈਂਡ ਦੇ ਸਿੱਖਾਂ ਦੇ ਵਿੱਚ ਹੈਗੇ ਆ ਨਾ, ਸਮਝੇ ਕਿ ਨਹੀਂ, ਮਸੰਦ ਕਾਈਂਡ ਆਫ ਪੀਪਲ, ਉਹ ਇਸ ਨੂੰ ਕਦੇ ਐਕੂਰੇਸੀ 'ਚ ਜਾਣ ਨਹੀਂ ਦਿੰਦੇ। ਉਹ ਕਹਿੰਦੇ ਆ ਨਹੀਂ, ਸਾਡੇ ਕੋਲ ਆਓ, ਅਸੀਂ ਤੁਹਾਨੂੰ ਦੱਸਾਂਗੇ ਕਿੱਦਣ ਮਹਾਰਾਜ ਦਾ ਪ੍ਰਕਾਸ਼ ਜਿਹੜਾ ਦਿਹਾੜਾ ਹੈਗਾ। ਫਿਰ ਇਹ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ, ਹੁਣ ਕੁਝ ਲੋਕ ਕਹਿ ਰਹੇ ਨੇ ਕਿ 5 ਜਨਵਰੀ ਨੂੰ ਮਨਾਉਣਾ ਚਾਹੀਦਾ ਤੇ ਕੁਝ ਮਨਾਉਣਗੇ ਵੀ, ਤੇ ਕੁਝ ਲੋਕਾਂ ਨੇ ਪਿਛਲੇ ਸਾਲ ਦੇ ਵਿੱਚ 2 ਵਾਰੀ ਮਨਾ ਲਿਆ। ਤੁਹਾਡੇ ਹਿਸਾਬ ਨਾਲ ਕਿਹੜੀ ਤਾਰੀਖ ਸਹੀ? ਮੈਂ ਤਾਂ ਕਹਿੰਦਾ ਉਹਨਾਂ ਦਾ ਪ੍ਰਕਾਸ਼ ਉਤਸਵ ਸਾਰਾ ਸਾਲ ਹੀ ਮਨਾਉਣਾ ਚਾਹੀਦਾ। ਉਹ ਐਡੀ ਬੜੀ ਸ਼ਖਸੀਅਤ ਦੇ ਮਾਲਕ ਸੀ, ਇਤਨੀ ਉਹਨਾਂ ਨੇ ਮਤਲਬ ਸ਼ਹਾਦਤ ਦਿੱਤੀ ਆ ਆਪਣੇ ਸਾਰੇ ਪਰਿਵਾਰ ਦੀ। ਉਹ ਤਾਂ ਹਰ ਮੂਵਮੈਂਟ 'ਤੇ ਸਿੱਖ ਨੂੰ ਆਪਣੀ ਜ਼ਿਹਨ ਦੇ ਵਿੱਚ ਰੱਖਣਾ ਚਾਹੀਦਾ। ਉਹਦੀ ਕੋਈ ਇਹੋ ਜਿਹੀ ਡੇਟ ਹੋਣੀ ਚਾਹੀਦੀ ਮੇਰੀ ਸਮਝ ਦੇ ਮੁਤਾਬਕ। ਤਾਂ ਜੇ ਡੇਟ ਇੱਕ ਫਿਕਸ ਵੀ ਹੋ ਗਈ, ਉਹਨੂੰ ਤੁਸੀਂ ਸੈਲੀਬ੍ਰੇਟ ਕਰਨਾ ਤਾਂ ਫਿਰ ਠੀਕ ਆ। ਤੂੰ ਕਿਉਂ ਤੁਸੀਂ ਜਾ ਕੇ ਪੰਡਿਤ ਤੋਂ ਪੁੱਛੋ, ਸਮਝੇ ਕਿ ਨਹੀਂ? ਕਿਉਂ ਤੁਸੀਂ ਜਾ ਕੇ ਕਿਸੇ ਦੇ ਭੰਬਲ ਭੁੱਸੇ ਜੰਤਰੀਆਂ ਬੰਤਰੀਆਂ ਦੇ ਵਿੱਚ ਭੱਜੇ ਫਿਰੋ, ਸਮਝੇ ਕਿ ਨਹੀਂ? ਇੱਕ ਡੇਟ ਸਿੱਖ ਕੌਮ ਫੈਸਲਾ ਕਰ ਲਏ ਵੀ ਆਹ ਮਹਾਰਾਜ ਦਾ ਅਸੀਂ ਪ੍ਰਕਾਸ਼ ਉਤਸਵ ਇਸ ਦਿਨ ਮਨਾਉਣਾ। ਗੱਲ ਖਤਮ। ਤੁਹਾਡੇ ਤੋਂ ਇਹ ਸਵਾਲ ਤਾਂ ਕੀਤਾ ਸੀ ਕਿਉਂਕਿ ਤੁਸੀਂ ਨਿੱਜੀ ਰਾਏ ਵੀ ਦਿੱਤੀ ਆਪਣੀ ਕਿ ਸਾਰਾ ਸਾਲ ਮਨਾਉਣਾ ਚਾਹੀਦਾ, ਇਹਦੇ ਵਿੱਚ ਕੋਈ ਦੋਬੰਦ ਨਹੀਂ ਹੈਗਾ, ਕਿਉਂਕਿ ਉਹਨਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ। ਪਰ ਤੁਸੀਂ ਹਿਸਟੋਰੀਅਨ ਵੀ ਹੋ, ਤੁਸੀਂ ਬਹੁਤ ਸਾਰੇ ਤੱਥਾਂ ਦੀ ਜਾਣਕਾਰੀ ਰੱਖਦੇ ਹੋ, ਤਾਂ ਇਸ ਕਰਕੇ ਤੁਹਾਡੇ ਹਿਸਾਬ ਨਾਲ ਐਕਚੁਅਲ ਡੇਟ ਹੈ ਕੀ ਉੱਦਾਂ? ਨਹੀਂ ਹੈ ਤਾਂ ਜਿਹੜੀ ਉਹ ਹੈ ਨਾਨਕਸ਼ਾਹੀ ਕੈਲੰਡਰ ਨੇ ਫਿਕਸ ਕੀਤੀਆਂ ਵੇ ਡੇਟਾਂ, ਸਾਰੀਆਂ ਡੇਟਾਂ ਉਹਨਾਂ ਨੇ ਫਿਕਸ ਕਰਤੀਆਂ, ਸਾਰੀਆਂ ਡੇਟਾਂ ਉਹਨਾਂ ਨੇ ਦੱਸ ਦਿੱਤੀਆਂ ਵੀ ਇਸ ਤਰੀਕੇ ਦੇ ਨਾਲ ਅਸੀਂ ਚੱਲੀਏ। ਜਿਸ ਤਰ੍ਹਾਂ ਹਿੰਦੁਸਤਾਨ ਦਾ ਕੈਲੰਡਰ ਨਹੀਂ ਚੱਲ ਰਿਹਾ, ਹਿੰਦੁਸਤਾਨ ਦੀ ਜਿਹੜੀ ਫੰਕਸ਼ਨਿੰਗ ਕਿਵੇਂ ਚੱਲ ਰਹੀ ਹੈ ਮੈਨੂੰ ਤੁਸੀਂ ਦੱਸੋ। ਉੱਥੇ ਕੋਈ ਗਵਰਨਮੈਂਟ ਆਫ ਇੰਡੀਆ ਜਾਂਦੀ ਹੈ ਪੰਡਤਾਂ ਨੂੰ ਪੁੱਛਣ, ਸਮਝਿਆ ਕਿ ਨਹੀਂ? ਉਹਨਾਂ ਦਾ ਆਪਣਾ ਇੱਕ ਬਹੁਤ ਵੱਡਾ ਡਿਪਾਰਟਮੈਂਟ ਆ ਸੈਂਟਰਲ ਗਵਰਨਮੈਂਟ ਦਾ, ਜਿਹੜਾ ਇਹ ਸਾਰੀ ਚੀਜ਼ ਨੂੰ ਫਿਕਸ ਕੀਤਾ ਜਿਨ੍ਹਾਂ ਨੇ, ਉਹਨਾਂ ਨੇ ਸਾਇੰਟੀਫਿਕਲੀ ਫਿਕਸ ਕਰਾਇਆ। ਨਹੀਂ ਤਾਂ ਬਣ ਹੀ ਨਹੀਂ ਸਕਦੀ ਗਵਰਨਮੈਂਟ, ਕਿਵੇਂ ਚੱਲੂਗੀ ਮੈਨੂੰ ਦੱਸੋ? ਜੇ ਤੁਸੀਂ ਕਹੋ ਵੀ ਸੈਂਟਰ ਦੀ ਸਰਕਾਰ ਦੀ ਫਲਾਨੀ ਡੇਟ ਆ ਫਲਾਨੀ ਡੇਟ ਨਹੀਂ, ਜਿਹੜੀ ਆਜ਼ਾਦੀ ਦਾ ਦਿਨ ਆ ਉਹ ਮਤਲਬ 15 ਅਗਸਤ ਨਹੀਂ, 15 ਅਗਸਤ ਵੀ ਮਨਾ ਲਓ, 24 ਅਗਸਤ ਵੀ ਮਨਾ ਲਓ, 25 ਅਗਸਤ ਵੀ ਮਨਾ, ਇਹ ਕਿਵੇਂ? ਇਟ ਵਿਲ ਬੀ ਜਸਟ ਕੈਓਟਿਕ ਸਿਚੁਏਸ਼ਨ, ਸਮਝੇ? ਇਹਦਾ ਮਖੌਲ ਹੋ ਜਾਏਗਾ ਨਾ। ਬੜੀ ਅਹਿਮ ਚੀਜ਼ ਸਰ, ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀਗੇ, ਇਹ ਮਸੰਦ ਕਿਹੜੇ ਨੇ ਜਿਨ੍ਹਾਂ ਨੇ ਇਹ ਸਾਰਾ ਬਿਕਰਮੀ ਤੇ ਨਾਨਕਸ਼ਾਹੀ ਦਾ ਰੇੜਕਾ ਪਾਇਆ ਹੋਇਆ ਤੇ ਨਾਨਕਸ਼ਾਹੀ ਕੈਲੰਡਰ ਲੱਗਣ ਨਹੀਂ ਦਿੱਤਾ? ਦੇਖੋ, ਮਸੰਦਾਂ ਨੇ ਹਮੇਸ਼ਾ ਸਿੱਖੀਜ਼ਮ ਦੀ ਆਇਡੈਂਟੀਟੀ ਨੂੰ ਅਪੋਜ਼ ਕੀਤਾ, ਇਸੇ ਕਰਕੇ 3 ਤਾਕਤਾਂ ਦੇ ਖਿਲਾਫ 10ਵੇਂ ਪਾਤਸ਼ਾਹ ਲੜੇ। ਸਭ ਤੋਂ ਵੱਡਾ ਵਿਰੋਧ ਜਿਹੜਾ ਸਿੱਖੀਜ਼ਮ ਦਾ ਕੀਤਾ ਉਹ ਮਸੰਦਾਂ ਨੇ ਕੀਤਾ, ਔਰ ਮਹਾਰਾਜ ਨੇ ਸਭ ਤੋਂ ਵੱਡੀ ਸਜ਼ਾ ਕਿਸ ਨੂੰ ਦਿੱਤੀ ਹੈ? ਮਸੰਦਾਂ ਨੂੰ। ਦੂਸਰੀ ਦਿੱਤੀ ਆ ਜਿਹੜੇ ਹਿੰਦੂਆਈਜ਼ਡ ਰੂਲਰ ਸੀ, ਪਹਾੜੀ ਰਾਜੇ, ਉਹਨਾਂ ਨੂੰ। ਤੀਸਰੀ ਸਜ਼ਾ ਮੁਗਲ ਐਮਪਾਇਰ ਦੇ ਖਿਲਾਫ, ਇਸਲਾਮ ਦੇ ਖਿਲਾਫ ਨਹੀਂ, ਮੁਗਲ ਐਮਪਾਇਰ ਦੇ ਖਿਲਾਫ। ਤਾਂ ਸਭ ਤੋਂ ਵੱਡਾ ਤੇ ਘਾਤਕ ਦੁਸ਼ਮਣ ਮਹਾਰਾਜ ਨੇ ਕਿਹਨੂੰ ਡਿਟਰਮਿਨ ਕੀਤਾ? ਮਸੰਦ ਨੂੰ। ਮਸੰਦ ਕੌਣ ਆ? ਸਿੱਖੀ ਸਰੂਪ ਦੇ ਵਿੱਚ ਸਿੱਖੀ ਦੇ ਵਿਰੋਧੀ ਉਹ ਮਸੰਦ ਹੈਗੇ। ਤਾਂ ਇਸੇ ਕਿਸਮ ਦਾ ਸੋ ਕਾਲਡ ਸੰਤ ਸਮਾਜ ਬਾਈ ਐਂਡ ਲਾਰਜ, ਮੈਂ ਨਹੀਂ ਕਹਿੰਦਾ 100%, 90%, 95% ਹੋ ਸਕਦੇ ਆ, ਸਮਝੇ ਕਿ ਨਹੀਂ? ਇਹ ਤਾਂ ਮੇਰੇ ਲਈ ਮੁਸ਼ਕਿਲ ਹੈ ਐਗਜ਼ੈਕਟ ਫਿਗਰ ਦੇਣੀ। ਤਾਂ ਉਹ ਲੋਕ ਸਾਰੇ ਸਿੱਖੀ ਪਹਿਰਾਵੇ ਦੇ ਵਿੱਚ, ਸਿੱਖੀ ਸਰੂਪ ਦੇ ਵਿੱਚ ਸਿੱਖੀ ਦੀ ਸਭ ਤੋਂ ਵੱਡੀ ਵਿਰੋਧਤਾ ਕਰਦੇ। ਇਸੇ ਹੁਣ ਦਮਦਮੀ ਟਕਸਾਲ ਵਾਲਾ ਜਿਹੜਾ ਹੈਗਾ ਧੁਮਾ, ਉਸਨੇ ਇਸ ਦੀ ਟੁੱਥ ਐਂਡ ਨੇਲ ਅਪੋਜੀਸ਼ਨ ਕੀਤੀ ਉਸ ਨਾਨਕਸ਼ਾਹੀ ਕੈਲੰਡਰ ਦੀ। ਉਸ ਵੇਲੇ ਉਹ ਕਿਹਦੀ ਬੁੱਕਲ 'ਚ ਬੈਠਾ ਸੀ? ਪ੍ਰਕਾਸ਼ ਸਿੰਘ ਬਾਦਲ ਦੀ ਬੁੱਕਲ 'ਚ ਬੈਠਾ ਸੀ। ਹੁਣ ਤਾਂ ਮੇਰਾ ਖਿਆਲ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਆਓ, ਸਮਝੇ ਕਿ ਨਹੀਂ? ਹੁਣ ਕਿਸੇ ਹੋਰ ਬੀਜੇਪੀ ਦੇ ਨਾਲ ਹੋਣਾ। ਤਾਂ ਮੇਰਾ ਮਤਲਬ ਕਹਿਣ ਦਾ ਇਹ ਹੈ, ਇਸ ਕਿਸਮ ਦੀਆਂ ਤਾਕਤਾਂ ਜਿਨ੍ਹਾਂ ਦੇ ਵੈਸਟਡ ਇੰਟਰਸਟ ਹੈਗੇ ਆ, ਜਿਹੜੇ ਸਿੱਖ ਵਿਰੋਧੀ ਤਾਕਤਾਂ ਦੇ ਇਸ਼ਾਰਿਆਂ 'ਤੇ ਚੱਲਦੇ,
RSS ਦੇ ਹੁਣ ਦਸਮ ਗ੍ਰੰਥ ਦੀ ਵੀ ਇਸੇ ਵਿੱਚੋਂ ਨਿਕਲਦੀ ਗੱਲ ਹੈ ਨਾ। ਤਾਂ ਉਹ ਦਸਮ ਗ੍ਰੰਥ ਦਾ ਸਭ ਤੋਂ ਵੱਡਾ ਸਪੋਰਟਰ ਆ, ਸਮਝੇ ਕਿ ਨਹੀਂ। ਤਾਂ ਹੁਣ ਦੇਖੋ ਮੋਦੀ ਸਾਹਿਬ ਨੇ ਕੀ ਕੀਤਾ, ਉਹਨਾਂ ਨੇ ਕੀ ਕੀਤਾ ਕਿ ਜਿਹੜਾ ਉਹ ਪਹਾੜ ਦੇ ਵਿੱਚ ਗੁਰਦੁਆਰਾ ਹੈਗਾ, ਕੀ ਕਹਿੰਦੇ ਉਹਨੂੰ, ਹੇਮਕੁੰਟ ਨੂੰ, ਔਰ ਤੁਹਾਨੂੰ ਮੈਂ ਜਾਣ ਕੇ ਸਵਾਲ ਕੀਤਾ ਸੀ, 99.9% ਹੇਮਕੁੰਟ ਸਾਹਿਬ ਕਹਿੰਦੇ। ਉਹ ਸਾਹਿਬ ਕਿੱਥੋਂ ਆ ਗਿਆ ਜੀ? ਹੇਮਕੁੰਟ ਕੀ ਚੀਜ਼ ਆ ਜੀ? ਉਹਦੀ ਕੋਈ ਹਿਸਟੋਰੀਸਿਟੀ ਹੈਗੀ, ਉਹਦੀ ਕੋਈ ਟ੍ਰੈਡੀਸ਼ਨ ਹੈਗੀ ਹੈ, ਉੱਥੇ ਕੋਈ ਗੁਰੂ ਗਿਆ? ਉਈਓ ਤੁਸੀਂ ਇਮੈਜਨਰੀ ਬਣਾ ਲਿਆ ਵੀ ਗੁਰੂ 10ਵੇਂ ਪਾਤਸ਼ਾਹ ਨੇ ਆਪਣੇ ਪਿਛਲੇ ਜਨਮ ਦੇ ਵਿੱਚ ਤਪੱਸਿਆ ਕੀਤੀ ਸੀ। ਨਾ ਤਾਂ ਜਨਮ ਦੀ ਕੋਈ ਅਸੀਂ ਇਕਨੋਲੇਜ ਕਰਦਾ ਸਿੱਖੀਜ਼ਮ, ਨਾ ਪਿਛਲੇ ਜਨਮ ਦੀ ਇੱਕ ਚੀਜ਼ ਨੂੰ ਇਕਨੋਲੇਜ ਕਰਦਾ, ਨਾ ਤਪੱਸਿਆ ਨੂੰ। ਸਾਡਾ ਧਰਮ ਤਪੱਸਿਆ ਦੇ ਖਿਲਾਫ ਆ, ਸਾਡਾ ਸੁਸਾਈਟਲ ਰਿਲੀਜਨ, ਸਮਾਜ ਦੇ ਵਿੱਚ ਅਸੀਂ ਵਿਚਰਨਾ। ਤਾਂ 1200 ਕਰੋੜ ਰੁਪਈਆ ਮੋਦੀ ਸਾਹਿਬ ਉੱਥੇ ਅਨਾਊਂਸ ਕਰ ਦਿੰਦੇ ਆ। ਕਿਉਂ ਅਨਾਊਂਸ ਕਰ ਦਿੰਦੇ ਆ? ਇਸ ਕਰਕੇ ਅਨਾਊਂਸ ਕਰ ਦਿੰਦੇ ਆ ਵੀ ਸਿੱਖਾਂ ਨੂੰ ਦਰਬਾਰ ਸਾਹਿਬ ਨਾਲੋਂ ਤੋੜ ਦਿਓ। ਦੁੱਖ ਤਕਲੀਫ ਮੋਦੀ ਸਾਹਿਬ ਨੂੰ ਦਰਬਾਰ ਸਾਹਿਬ ਨਾਲ ਆ, ਔਰ ਇਸੇ ਕਰਕੇ ਉਹਨਾਂ ਨੇ ਕਿਹਾ ਇੱਥੇ 1200 ਕਰੋੜ ਤੇ ਅਸੀਂ ਉਹਨੂੰ ਮਤਲਬ ਗੁਰਦੁਆਰੇ ਦੇ ਸਿੱਖ ਜਾਣ, ਉੱਥੇ ਆਪਣਾ ਮਰਨ, ਖੁੱਡਾਂ 'ਚ ਗਿਰਨ ਤੇ ਲੁੱਟੇ ਜਾਣ ਉੱਥੇ। ਤੇ ਦਰਬਾਰ ਸਾਹਿਬ ਲਈ 1 ਕਰੋੜ ਰੁਪਈਆ, ਉਹਦੇ ਦਰਬਾਰ ਸਾਹਿਬ ਦੇ ਆਲੇ ਦੁਆਲੇ ਕਿੰਨਾ ਗੰਦ ਪਿਆ ਪਿਆ, ਉਸ ਦੀਆਂ ਸੜਕਾਂ ਸਾਫ਼ ਕਰਾ ਦਿਓ, ਉੱਥੇ ਕੋਈ ਰੋਪਵੇ ਬਣਾ ਦਿਓ। ਤੁਸੀਂ ਉੱਥੇ ਰੋਪਵੇ ਕਿਉਂ ਨਹੀਂ ਬਣਾਉਂਦੇ? ਉਹ ਤਾਂ 1200 ਕਰੋੜ ਕੀ 100 ਕਰੋੜ 'ਚ ਵੀ ਬਣ ਸਕਦਾ। ਸਮਝ ਕੇ ਨਹੀਂ ਮੇਰੀ ਗੱਲ? ਉਹ ਉਹਨਾਂ ਦੀ ਇੱਕ ਬਹੁਤ ਵੱਡੀ ਇੰਟੈਂਸ਼ਨ ਆ। ਕੀ ਇੰਟੈਂਸ਼ਨ ਹੈ? ਅੱਜ ਦੀ ਨਹੀਂ ਚੱਲੀ ਵੀ ਗੱਲ, ਮੈਂ ਤੁਹਾਨੂੰ ਦੱਸ ਦਿਆਂ। ਜਦੋਂ 1905 ਦੇ ਵਿੱਚ ਆ ਜਿਹੜਾ ਹਿੰਦੂ ਸਮਾਜ ਦਾ ਲੀਡਰ ਸੀ, ਕੀ ਉਹਦਾ ਨਾਮ, ਮੋਹਨ, ਉਹ ਕੀ, ਨਹੀਂ ਮੋਹਨ ਭਗਵਤ ਹੋਣਾ ਨਾ, ਉਹ ਕੀ, ਮਦਨ ਮੋਹਨ ਮਾਲਵੀਆ, ਸੌਰੀ ਮੈਨੂੰ ਭੁੱਲ ਗਈ, ਮਦਨ ਮੋਹਨ ਮਾਲਵੀਆ ਹਿੰਦੂ ਮਹਾਸਭਾ ਦਾ ਪ੍ਰਧਾਨ ਸੀ ਤੇ ਕਾਂਗਰਸ ਦਾ ਵੀ ਉਹ ਲੀਡਰ ਸੀਗਾ। ਉਹ 1905 ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਆਇਆ। ਅੰਮ੍ਰਿਤਸਰ ਦੇ ਵਿੱਚ ਆਇਆ ਤਾਂ ਬੇਵਕੂਫ ਸਿੱਖਾਂ ਨੇ ਉਹਦਾ ਬੜਾ ਜ਼ਿਆਦਾ ਵੈਲਕਮ ਕੀਤਾ। ਸੋ ਮੱਚ ਸੋ ਕਿ ਖਾਲਸਾ ਕਾਲਜ ਦੇ ਜਿਹੜੇ ਸਟੂਡੈਂਟ ਸੀ, ਉਹਨਾਂ ਨੇ ਉਹਦੀ ਜਿਹੜੀ ਬੱਗੀ ਸੀ ਉਹਦੇ 'ਚੋਂ ਬਲਦਾਂ ਨੂੰ ਹਟਾ ਕੇ ਆਪ ਉਹਦੀ ਜੋ ਕੀਤੀ ਉਹਨੂੰ ਉਹਦੀ ਜਗ੍ਹਾ। ਉਸ ਨੇ ਜਦੋਂ ਦਰਬਾਰ ਸਾਹਿਬ ਦੇ ਵਿੱਚ ਗਿਆ, ਚਲਾਕ ਪੜ੍ਹਿਆ ਲਿਖਿਆ ਬ੍ਰਾਹਮਣ ਸੀ, ਉਹ ਕੱਟੜ ਬ੍ਰਾਹਮਣ ਸੀ, ਤਾਂ ਉਸ ਨੇ ਦਰਬਾਰ ਸਾਹਿਬ ਦੇ ਵਿੱਚ ਦੇਖਿਆ ਵੀ ਇਹ ਤਾਂ ਬੜੀ ਇੰਸਪੀਰੇਸ਼ਨ ਦਿੰਦਾ ਸਿੱਖਾਂ ਨੂੰ, ਇਹ ਤਾਂ ਬੜੀ ਮੋਟੀਵੇਸ਼ਨ ਦਿੰਦਾ ਸਿੱਖਾਂ ਨੂੰ। ਉਹਨਾਂ ਦੇ ਜੀਵਨ ਦੇ ਵਿੱਚ ਇੱਕ ਬਹੁਤ ਬੜਾ ਪਰਿਵਰਤਨ ਆ ਜਾਂਦਾ ਜਦੋਂ ਇੱਥੇ ਆਉਂਦੇ। ਉਹਨੇ ਉਹਦਾ ਸ਼ਰੀਕ ਖੜਾ ਕਰਤਾ ਦੁਰਗਿਆਣਾ ਮੰਦਿਰ, ਤਾਂ ਕਿ ਸਿੱਖਾਂ ਨੂੰ ਉਹਨਾਂ ਦੀ ਮਾਨਸਿਕਤਾ ਦੇ ਵਿੱਚੋਂ ਦਰਬਾਰ ਸਾਹਿਬ ਨੂੰ ਕੱਢ ਦਿੱਤਾ ਜਾਵੇ। ਇਹੀ ਗੱਲ, ਉਸੇ ਕਿਸਮ ਦੀ ਗੱਲ ਮੋਦੀ ਸਾਹਿਬ ਨੇ ਕੀਤੀ ਹੈ, ਔਰ ਬੜਾ ਦੁੱਖ ਦੀ ਗੱਲ ਹੈ। ਆਈ ਵਾਸ ਸੋ ਪਰਟਰਬਡ ਐਂਡ ਅਪਸੈਟ ਜਦੋਂ ਸਾਡਾ ਜਥੇਦਾਰ ਜਿਹੜਾ ਆਪਣੇ ਆਪ ਨੂੰ ਪੜ੍ਹਿਆ ਲਿਖਿਆ ਉਸ ਚੀਜ਼ ਨੂੰ ਵੈਲਕਮ ਕਰਦਾ। ਇੱਕ ਬੜੀ ਅਹਿਮ ਚੀਜ਼ ਹੈ, ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਨਰਿੰਦਰ ਮੋਦੀ ਹੋਰਾਂ ਦੇ ਵੱਲੋਂ ਇਹ ਚੀਜ਼ ਕੀਤੀ ਗਈ, ਪਰ ਦੂਜੇ ਪਾਸੇ ਉਹ ਲਾਲ ਕਿਲ੍ਹੇ ਦੇ ਵਿੱਚ ਗੁਰੂ ਤੇਗ ਬਹਾਦਰ ਦਾ ਪ੍ਰਕਾਸ਼ ਦਿਹਾੜਾ ਮਨਾ ਕੇ ਤਾਂ ਇਹ ਵੀ ਸੁਨੇਹਾ ਦੇਣ ਦੀ ਕੋਸ਼ਿਸ਼ ਕਰਦੇ ਕਿ ਅੱਜ ਤੱਕ ਮਨਾਇਆ। ਮੈਂ ਦੱਸ ਦਿੰਦਾ, ਉਹ ਇਸ ਕਰਕੇ ਕੀਤਾ ਗਿਆ ਤਾਂ ਕਿ ਸਿੱਖਾਂ ਦੀ ਜ਼ਿਹਨ ਦੇ ਵਿੱਚ ਇੱਕ ਐਨਿਮਿਟੀ ਜਿਹੜੀ ਹੈ ਉਹ ਅਲਟੀਮੇਟਲੀ ਇਸਲਾਮ ਦੇ ਨਾਲ ਖੜੀ ਕੀਤੀ ਜਾਵੇ। ਸਿੱਖਾਂ ਦੀ ਵਿਰੋਧਤਾ ਇਸਲਾਮ ਦੇ ਨਾਲ ਨਹੀਂ ਹੈ, ਸਿੱਖਾਂ ਦੀ ਵਿਰੋਧਤਾ ਮੁਗਲ ਐਂਪਰਰਸ ਦੇ ਨਾਲ ਸੀਗੀ। ਸਮਝ ਕੇ ਨਹੀਂ? ਜੇ ਸਿੱਖੀਜ਼ਮ ਦੀ ਥੋੜ੍ਹੀ ਬਹੁਤੀ ਕੋਈ ਚੀਜ਼ ਮਿਲਦੀ ਜੁਲਦੀ ਆ ਤਾਂ ਇਸਲਾਮ ਦੀ ਜਿਹੜੀ ਡੈਫੀਨੇਸ਼ਨ ਆਫ ਗੋਡ ਹੈ ਉਹਦੇ ਨਾਲ ਮਿਲਦੀ ਹੈ। ਸਮਝੇ ਕਿ ਨਹੀਂ? ਤੋ ਸੈਮਿਟਿਕ ਰਿਲੀਜਨ ਦੇ ਵਿੱਚ ਗੋਡ ਤੇ ਆਦਮੀ ਅੱਡ ਆ, ਸਮਝੇ ਕਿ ਨਹੀਂ? ਲੇਕਿਨ ਸਾਡਾ ਇੱਕ ਧਰਮ ਆ ਜਿੱਥੇ ਗੋਡ ਤੇ ਜਿਹੜਾ ਆਦਮੀ ਆ ਉਹ ਵਨ ਹੈ। ਸਮਝ ਕੇ ਨਹੀਂ ਮੇਰੀ ਗੱਲ? ਸੈਮਿਟਿਕ ਰਿਲੀਜਨ ਆ ਜਿਹੜਾ ਇਸਲਾਮ ਆ, ਇਸੇ ਤਰੀਕੇ ਕ੍ਰਿਸਚੀਅਨਟੀ ਆ, ਜੂਡਾਇਜ਼ਮ, ਜਿੰਨੇ ਵੈਸਟ ਦੇ ਰਿਲੀਜਨ। ਤੋ ਮੇਰਾ ਮਤਲਬ ਇਹ ਮੋਦੀ ਸਾਹਿਬ ਬਹੁਤ ਵੱਡੀ ਪਲੈਨਡ ਤਰੀਕੇ ਨਾਲ ਸਾਰੀ ਗੱਲਾਂ ਕਰ। ਹੁਣ ਵੀਰ ਬਾਲ ਵੀਰ ਦਿਵਸ ਦੀ ਤੁਹਾਨੂੰ ਗੱਲ ਦੱਸ ਦਿੰਦਾ। ਵੀਰ ਲਫ਼ਜ਼ ਲਾਤਾ ਸਾਹਿਬਜ਼ਾਦਿਆਂ ਦੀ ਸ਼ਾਹ, ਮੇਰਾ ਰੋਣਾ ਨਿਕਲਦਾ ਓਨੈਸਟਲੀ ਸਪੀਕਿੰਗ। ਵੀਰ ਸ਼ਬਦ ਕਿਹਦੇ ਨਾਲ ਲਾਤਾ ਤੁਸੀਂ? ਸਵਰਕਰ ਨਾਲ ਲਾਤਾ, ਜਿਸ ਨੇ 3 ਵਾਰੀ ਅੰਗਰੇਜ਼ਾਂ ਤੋਂ ਚਿੱਠੀ ਲਿਖ ਕੇ ਹੱਥ ਲਿਖ ਦੇ ਨਾਲ ਮਾਫੀ ਮੰਗੀ ਹੈ। ਸਾਡੇ ਬੱਚਿਆਂ ਨੇ, ਸਾਡੇ ਸਾਹਿਬਜ਼ਾਦੇ ਨੇ ਮਾਫੀ ਮੰਗੀ ਕਿਸੇ ਤੋਂ? ਕਿੱਡੀ ਬੜੀ ਸ਼ਹਾਦਤ। 7 ਸਾਲ ਤੇ 9 ਸਾਲ ਦਾ ਬੱਚਾ ਅੱਖ ਨਾਲ ਅੱਖ ਮਿਲਾ ਕੇ ਕਹਿ ਰਿਹਾ ਮੈਂ ਆਈ ਐਮ ਨਾਟ ਐਕਸੈਪਟਿੰਗ ਇਸਲਾਮ,
ਆਈ ਐਮ ਐਕਸੈਪਟਿੰਗ ਮਾਰਟੀਡਮ। ਉਹ ਤੁਸੀਂ ਵੀਰ ਲਫ਼ਜ਼ ਜਿਸ ਬੰਦੇ ਨਾਲ ਤੁਸੀਂ ਲਾਇਆ, ਜਿਸ ਬੰਦੇ ਨੇ 3 ਵਾਰੀ ਅੰਗਰੇਜ਼ਾਂ ਤੋਂ ਲਿਖਤੀ ਰੂਪ 'ਚ ਮਾਫੀ ਮੰਗੀ ਵੀ ਹੈ, ਉਹ ਸਾਡੇ ਸਾਹਿਬਜ਼ਾਦੇ ਨਾਲ ਤੁਸੀਂ ਲਾਓਗੇ। ਇਸ ਤਰੀਕੇ ਨਾਲ ਤੁਸੀਂ ਸਾਨੂੰ ਡੈਨੀਗ੍ਰੇਟ ਕਰੋਗੇ। ਔਰ ਉਸ ਗੱਲ ਦੇ ਉੱਤੇ ਆ ਜਿਹੜੇ ਬਹਿਰੂਪੀਏ ਮਸੰਦ ਸਿੱਖ ਹੈਗੇ ਉਹ ਉਹਨੂੰ ਵਧਾਈਆਂ ਦੇ ਰਹੇ। ਕਿਸ ਗੱਲ ਦੀਆਂ ਵਧਾਈਆਂ ਦੇ ਰਹੇ ਹੋ? ਸਾਡੇ ਸਾਹਿਬਜ਼ਾਦਿਆਂ ਨੂੰ ਤੂੰ ਬਾਲ ਬਣਾ ਦਿੱਤਾ, ਜਿਨ੍ਹਾਂ ਦੀ ਇਤਨੀ ਬੜੀ ਦ੍ਰਿੜਤਾ ਹੈ, ਇਤਨਾ ਬੜਾ ਉਹਨਾਂ ਦਾ ਮੋਟੀਵੇਸ਼ਨ ਹੈ, ਇਤਨੀ ਬੜੀ ਉਹਨਾਂ ਦੀ ਇੰਸਪੀਰੇਸ਼ਨ ਆ ਜਿਹੜੀ ਦੁਨੀਆ ਦੇ ਇਤਿਹਾਸ ਦੇ ਵਿੱਚ ਨਹੀਂ ਹੈਗੀ। ਤੇ ਬਹੁਤ ਸਾਰੇ ਲੋਕ ਚੁੱਪ ਬੈਠੇ ਨੇ, ਇਸ ਚੀਜ਼ ਨੂੰ ਦੇਖ ਕੇ ਬੜੀ ਹੈਰਾਨੀ ਹੁੰਦੀ ਹੈ। ਉਹ ਸਵਾਰਥੀ ਆ ਜਿਹੜੇ ਚੁੱਪ ਬੈਠੇ। ਆਖਰੀ ਸਵਾਲ ਸਰ, ਜਿੱਦਾਂ ਮੈਂ ਸ਼ੁਰੂਆਤ ਦੇ ਵਿੱਚ ਵੀ ਜ਼ਿਕਰ ਕੀਤਾ ਸੀ ਕਿ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਤਰੀਕੇ ਨਾਲ ਹਰਿਆਣੇ ਦੇ ਵਿੱਚ ਮਾਨਤਾ ਮਿਲ ਗਈ, ਹੁਣ ਰਾਜਸਥਾਨ ਦੀ ਆਵਾਜ਼ ਵੀ ਉੱਠ ਰਹੀ। ਉਹੀ ਮੈਂ ਤੁਹਾਨੂੰ ਦੱਸਦਾ ਨਾ, ਸਿੱਖਾਂ ਦੀ ਯੂਨਿਟੀ ਨੂੰ ਤੋੜਨਾ, ਸਿੱਖਾਂ ਦੀ ਆਇਡੈਂਟੀਟੀ ਨੂੰ ਮਲੀਆਮੇਟ ਕਰਕੇ ਅਸੀਮੀਲੇਟ ਕਰਨਾ ਹਿੰਦੂਇਜ਼ਮ ਦੇ 'ਚ, ਦਿਸ ਇਜ਼ ਏ ਪਲੈਨਡ ਵੇ। ਇਹ ਇੰਡੀਅਨ ਸਟੇਟ 1947 ਤੋਂ ਕਰ ਰਹੀ ਹੈ। ਹੁਣ ਜ਼ਿਆਦਾ ਫੋਰਸੀਬਲੀ ਕਰ ਰਹੇ ਮੋਦੀ ਸਾਹਿਬ ਇਹ ਸਾਰੀ ਚੀਜ਼ ਨੂੰ, ਲੇਕਿਨ ਐਪਰੈਂਟਲੀ ਐਂ ਦਿਖਾ ਰਿਹਾ ਜਿਵੇਂ ਸਿੱਖਾਂ ਦੇ ਬਹੁਤ ਵੱਡੇ ਹਮਦਰਦ ਹੁੰਦੇ। ਇਨ ਐਕਚੁਅਲ ਪ੍ਰੈਕਟਿਸ ਸਿੱਖਾਂ ਨੂੰ ਖਤਮ ਕਰਨ ਦੀ RSS ਦੀ ਇਹ ਸਾਜ਼ਿਸ਼ ਹੈਗੀ ਹੈ, ਜਿਸ ਸਾਜ਼ਿਸ਼ ਨੂੰ ਅਨਫੋਰਚੂਨੇਟਲੀ ਸਾਡੇ ਜਥੇਦਾਰ ਜਿਹੜਾ ਟੋਟਲੀ ਫੇਲ ਹੋਇਆ। ਇੱਕ ਬੜੀ ਅਹਿਮ ਚੀਜ਼ ਨਾਲ ਦੀ ਨਾਲ ਇਹ ਵੀ ਜ਼ਿਕਰ ਕਰਦੇ ਚੱਲੀਏ, ਭਗਵੰਤ ਮਾਨ ਕਹਿੰਦੇ ਕਿ ਗੁਰਦੁਆਰਿਆਂ ਦੇ ਵਿੱਚੋਂ ਗੋਲਕਾਂ ਚੱਕ ਲਓ ਤਾਂ SGPC ਦੇ ਬਹੁਤੇ ਮੈਂਬਰ ਜਿਹੜੇ ਨੇ ਉਹ ਮੈਂਬਰੀ ਛੱਡ ਜਾਣ। ਭਗਵੰਤ ਮਾਨ ਕੀ ਚੀਜ਼ ਆ? ਭਗਵੰਤ ਮਾਨ ਕੇਜਰੀਵਾਲ ਦਾ ਕਰਿੰਦਾ, ਸਮਝੇ ਕਿ ਨਹੀਂ? ਉਹਦੀ ਕੋਈ ਆਪਣੀ ਇੰਡੀਪੈਂਡੈਂਟ ਸੋਚ ਨਹੀਂ, ਇੰਡੀਪੈਂਡੈਂਟ ਉਹਦੀ ਵਿਚਾਰਧਾਰਾ ਨਹੀਂ। ਕੇਜਰੀਵਾਲ ਦੀ ਕੀ ਵਿਚਾਰਧਾਰਾ? ਉਹ ਤਾਂ ਕਹਿੰਦਾ ਨੋਟਾਂ ਦੇ ਉੱਤੇ ਗਾਂਧੀ ਦੇ ਨਾਲ ਲਕਸ਼ਮੀ ਅਤੇ ਫਲਾਨੀ ਉਹਨੂੰ ਵੀ, ਗਣੇਸ਼ ਨੂੰ ਵੀ ਲੈ ਕੇ ਆਓ। ਕੱਟੜ ਤੋਂ ਕੱਟੜ ਹਿੰਦੂ ਉਹ ਆ ਜਿਹੜਾ ਦੂਸਰੀਆਂ ਮਿਨੋਰਟੀ ਕਮਿਊਨਿਟੀਜ਼ ਨੂੰ ਖਤਮ ਕਰਨਾ ਚਾਹੁੰਦਾ ਔਰ ਉਹਨਾਂ ਦਾ ਵੈਰੀ ਆ, ਔਰ ਖ਼ਾਸ ਤੌਰ 'ਤੇ ਸਿੱਖਾਂ ਦਾ ਵੈਰੀ ਹੈ। ਉਹ ਉਹੀ ਕੰਮ ਭਗਵੰਤ ਮਾਨ ਤੋਂ ਕਰਾ ਰਿਹਾ ਜਿਹੜਾ ਸਿੱਖਾਂ ਨੂੰ ਮਲੀਆਮੇਟ ਕਰੇਗਾ, ਸਿੱਖੀ ਨੂੰ ਖਤਮ ਕਰੇਗਾ। ਵੈਸੇ ਲੱਗਦਾ ਨਹੀਂ ਕਿ ਪੰਜਾਬ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਇੱਥੇ ਅਸੀਂ ਧਰਮਾਂ ਦੇ ਵਿੱਚ ਜ਼ਿਆਦਾ ਵੰਡੀਆਂ ਨਹੀਂ ਪਾਉਂਦੇ। ਅਸੀਂ ਆਮ ਤੌਰ 'ਤੇ ਲੋਕਾਂ ਦੇ ਵਿੱਚ ਵਿਚਰਦੇ ਹਾਂ, ਉਹਨਾਂ ਨਾਲ ਧਰਮ ਜਾਂ ਜਾਤ ਪੁੱਛ ਕੇ ਦੋਸਤੀ ਮਿੱਤਰਤਾ ਨਹੀਂ ਕਰਦੇ। ਇਹੀ ਚੀਜ਼ ਖਲਦੀ ਹੈਗੀ ਹੈ ਕਿ ਪੰਜਾਬ ਦੇ ਵਿੱਚ ਇਹ ਏਕਤਾ ਕਿਉਂ ਹੈਗੀ? ਇਸ ਏਕਤਾ ਦੇ ਖਿਲਾਫ ਆਵਾਜ਼ ਹਮੇਸ਼ਾ ਸਿੱਖਿਜ਼ਮ ਹੈ। ਸਿੱਖਾਂ ਨੇ 40 ਸਾਲ ਰਾਜ ਕੀਤਾ, ਕਿਸੇ ਇੱਕ ਬੰਦੇ ਨੂੰ ਮਜਬੂਰ ਕੀਤਾ ਉਸ 40 ਸਾਲ ਦੇ ਵਿੱਚ ਵੀ ਤੂੰ ਆਪਣੇ ਧਰਮ ਪਰਿਵਰਤਨ ਕਰ ਲਾ। ਕੋਈ ਐਗਜ਼ਾਮਪਲ ਨਹੀਂ ਇਸ ਕਿਸਮ ਦੀ। ਇਹਨੂੰ ਅੰਗਰੇਜ਼ੀ 'ਚ ਪ੍ਰੋਜ਼ਿਲਿਟਾਈਜੇਸ਼ਨ ਕਹਿੰਦੇ। ਇਹ ਹੋ ਹੀ ਨਹੀਂ ਸਕਦੀ ਕਿਉਂਕਿ ਸਿੱਖਿਜ਼ਮ ਇਹ ਗੱਲ ਅਲਾਉ। ਸਿੱਖਿਜ਼ਮ ਧਰਮ ਦੀ ਆਜ਼ਾਦੀ ਦਾ, ਮਲਟੀ ਕਲਚਰਲਿਜ਼ਮ ਦਾ ਸਭ ਤੋਂ ਵੱਡਾ ਹਮਾਇਤੀ ਹੈ। ਤੋ ਇਸ ਕਰਕੇ ਅਸੀਂ ਕਿਸੇ ਨੂੰ ਇਹ ਗੱਲ ਕਹਿ ਹੀ ਨਹੀਂ ਸਕਦੇ ਕਿ ਭਾਈ ਤੂੰ ਆਪਣਾ ਧਰਮ। ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਸ਼ਹਾਦਤ ਹੈ ਉਹ ਇਸ ਗੱਲ ਦੀ ਹੈ ਕਿ ਹਰ ਇਨਸਾਨ ਨੂੰ ਜਨਮ ਅਧਿਕਾਰ ਹੈ ਕਿ ਆਪਣੇ ਧਰਮ ਦੀਆਂ ਰਹੁ ਰੀਤਾਂ ਦੇ ਮੁਤਾਬਕ ਆਪਣਾ ਜੀਵਨ ਬਸਰ ਕਰੇ। ਉਹ ਇਸ ਕਰਕੇ ਨਹੀਂ ਵੀ ਉਹ ਹਿੰਦੂਇਜ਼ਮ ਦੇ ਸਪੋਰਟਰ ਆ। ਹਰ ਧਰਮ ਨੂੰ ਜੇ ਉਹ ਜਨੇਊ ਪਾਉਣਾ ਚਾਹੁੰਦੇ ਕਿਉਂ ਨਹੀਂ ਉਹਨਾਂ ਨੂੰ ਅਲਾਉ ਕਰਦੇ ਤੁਸੀਂ? ਜੇ ਉਹ ਗੀਤਾ ਪੜ੍ਹਨੀ ਚਾਹਦੇ ਅਲਾਉ ਕਰੋ। ਜੋ ਵੀ ਆਪਣਾ ਰਿਚੁਅਲਿਜ਼ਮ ਕਰਨਾ ਚਾਹੁੰਦਾ ਹਿੰਦੂ ਕਰੇ, ਸਮਝੇ ਕਿ ਨਹੀਂ? ਇਸ ਗੱਲ 'ਤੇ ਸਿੱਖਾਂ ਨੂੰ ਕੋਈ ਇਤਰਾਜ਼ ਨਹੀਂ ਹੈ। ਪਰ ਜੇ ਕੋਈ ਹਿੰਦੂ ਸ਼ਾਸਕ ਸਿੱਖਾਂ ਦੀ ਜਿਹੜੀ ਆਪਣੀ ਆਇਡੈਂਟੀਟੀ ਆ ਉਸ ਨੂੰ ਮਲੀਆਮੇਟ ਕਰਨਾ ਚਾਹੁੰਦਾ, ਉਸ ਗੱਲ 'ਤੇ ਬਹੁਤ ਸਾਨੂੰ ਓਬਜੈਕਸ਼ਨ ਹੈ। ਔਰ ਖ਼ਾਸ ਤੌਰ 'ਤੇ ਉਹਨਾਂ ਜਿਹੜੇ ਸਾਡੇ ਬਿੰਬ ਆ, ਜਿਹੜੇ ਸਾਡੇ ਜੀਵਨ ਦਾ ਆਧਾਰ ਆ, ਉਹਨਾਂ ਨੂੰ ਮਲੀਆਮੇਟ ਕਰਨਾ ਚਾਹੁੰਦਾ, ਦੈਟ ਕੈਨ ਨਾਟ ਬੀ ਐਕਸੈਪਟਡ ਬਾਈ ਦ ਸਿੱਖਸ। ਸਨ ਗੁਰਦਰਸ਼ਨ ਢਿੱਲੋਂ, ਬਹੁਤ ਸਾਰੀਆਂ ਚੀਜ਼ਾਂ ਸੀਗੀਆਂ, ਬਹੁਤ ਸਾਰੇ ਸਵਾਲ ਸੀਗੇ ਸਾਡੇ ਜ਼ਿਹਨ ਦੇ ਵਿੱਚ ਵੀ, ਤੁਹਾਡੇ ਜ਼ਿਹਨ ਦੇ ਵਿੱਚ ਵੀ ਹੋਣਗੇ ਕਿ ਆਖਰਕਾਰ ਇਹ ਸਾਡੇ ਸਮਾਜ ਦੇ ਆਲੇ ਦੁਆਲੇ ਇੱਦਾਂ ਦੇ ਸਵਾਲ ਉੱਠ ਕਿਉਂ ਰਹੇ ਨੇ। ਬਹੁਤ ਅਹਿਮ ਚੀਜ਼ਾਂ ਸੀਗੀਆਂ ਜਿਹੜੀਆਂ ਅੱਜ ਤੁਹਾਨੂੰ ਪਤਾ ਲੱਗੀਆਂ ਹੋਣਗੀਆਂ, ਕਿਉਂਕਿ ਬੜੇ ਭੇਤ ਰੱਖੇ ਜਾਂਦੇ ਨੇ ਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਗੁਰਦਰਸ਼ਨ ਸਿੰਘ ਢਿੱਲੋਂ ਹੋਰਾਂ ਨੇ ਤੁਹਾਨੂੰ ਦੱਸੀਆਂ ਨੇ। ਉਮੀਦ ਕਰਦੇ ਕਿ ਤੁਹਾਡੇ ਸ਼ੰਕੇ ਵੀ ਦੂਰ ਹੋਏ ਹੋਣਗੇ ਤੇ ਸਾਨੂੰ ਉਲਝਾਉਣ ਦੀ ਕੋਸ਼ਿਸ਼ ਕੌਣ ਕਰ ਰਿਹਾ ਇਹਦੇ ਬਾਰੇ ਵੀ ਤੁਹਾਨੂੰ ਬਹੁਤ ਸਾਰੀ ਜਾਣਕਾਰੀ ਮਿਲੀ ਹੋਗੀ। ਤੁਸੀਂ ਇਸ ਬਾਰੇ ਆਪਣੀਆਂ ਟਿੱਪਣੀਆਂ ਸਾਡੇ ਨਾਲ ਜ਼ਰੂਰ ਸਾਂਝੇ ਕਰੋ। ਫਿਲਹਾਲ ਇੱਥੇ ਤੁਹਾਡੇ ਤੋਂ ਆਗਿਆ ਨਹੀਂ ਹੈ। ਬਹੁਤ ਬਹੁਤ ਧੰਨਵਾਦ।